ਪ੍ਰੈਕਟਿਸ ਕਰਨ ਲਈ ਡਾਈਟ ਵੀ ਚਾਹੀਦੀ ਤੇ ਡਾਈਟ ਖਾਣ ਲਈ ਪੈਸੇ ਚਾਹੀਦੇ ਤੇ ਉਹ ਕਮਾਉਣੇ ਹੀ ਪੈਣੇ ਆ। ਨੈਸ਼ਨਲ ਕਿੰਨੇ ਵਾਰੀ ਖੇਡੇ ਹੋ? 9 ਵਾਰ ਨੈਸ਼ਨਲ ਖੇਡੀਆਂ। ਪੰਜਾਬ ਚੋਂ 골ਡ ਕਿੰਨੇ ਨੇ? ਉਹ ਤਾਂ ਕੋਈ ਗਿਣਤੀ ਨਹੀਂ। ਕਦੇ ਕੋਈ ਮਦਦ ਨਹੀਂ ਸਰਕਾਰ ਵੱਲੋਂ? ਨਹੀਂ ਵੀਰੇ, ਹੁੰਦੀ ਤਾਂ ਹੁਣ ਝੋਨਾ ਲਾਉਂਦੇ ਦੱਸਦੇ। ਖਿਡਾਰੀ ਨੂੰ ਮਾਰ ਕੇ ਫਿਰ ਇੱਕ ਮਜ਼ਦੂਰ ਬਣ ਜਾਂਦੇ ਅਸੀਂ, ਆਪਣੇ ਅੰਦਰਲਾ ਖਿਡਾਰੀ ਮਾਰ ਕੇ। ਉਹਨੇ ਤਾਂ ਵੀਰੇ ਬਹੁਤ ਹੁੰਦੇ, ਸਾਡੇ ਵੀ ਸੀ ਵੀ ਅਸੀਂ ਗੇਮ ਕਰੀ ਆ, ਈਵਨ ਕਿ ਇੰਡੀਆ ਨੂੰ ਰੀਪ੍ਰੈਜ਼ੈਂਟ ਕਰਾਂਗੇ ਖੇਡ 'ਚ ਵੀ ਤੇ ਆਪਦੇ ਕੰਮ ਕਿੱਤੇ 'ਚ ਵੀ, ਪਰ ਇਹ ਨਹੀਂ ਪਤਾ ਸੀ ਵੀ ਕਰਨੀ ਤਾਂ ਵੈਸੇ ਮਜ਼ਦੂਰੀ ਪੈਣੀ ਆ। ਉਹ ਚੀਜ਼ ਸੀਗੀ ਮੈਂ ਗੇਮ ਕਰਨੀ ਆ, ਪਰ ਅੱਜ ਬਹੁਤ ਪਛਤਾਵਾ ਹੁੰਦਾ ਗੇਮ ਕਰਕੇ। ਕੀ ਲੈਣਾ ਸੀ ਇਸ ਤੋਂ ਵਧੀਆ ਸਟੱਡੀ 'ਚ ਵਧੀਆ ਮਾਰਕਸ ਲੈਂਦੇ। ਡਾਈਟ ਦਾ ਕਿਵੇਂ ਪ੍ਰਬੰਧ ਕਰਦੇ ਹੋ ਫਿਰ? ਡਾਈਟ ਤਾਂ ਬਸ ਰੋਟੀ ਹੀ ਹੈ। ਕਈਆਂ ਨੇ ਤਾਂ ਆਪਣਾ ਫਿਊਚਰ ਹੀ ਚੇਂਜ ਕਰ ਲਿਆ ਕਿ ਕੁਝ ਬਣਦਾ ਹੀ ਨਹੀਂਗਾ, ਫਿਰ ਫਾਇਦਾ ਵੀ ਕੀ ਹੈ ਇਸ ਚੀਜ਼ 'ਚ। ਸਵਾਗਤ ਹੈ ਦੋਸਤੋ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਮੋਹਨ ਸਿੰਘ ਔਲਖ। ਦੋਸਤੋ ਸਾਡੇ ਨਾਲ ਹਰਪ੍ਰੀਤ ਨੇ, ਉਹ ਨੈਸ਼ਨਲ ਲੈਵਲ ਦੇ ਪਲੇਅਰ ਨੇ, ਇਹਦੇ ਬਾਵਜੂਦ ਝੋਨਾ ਲਾ ਰਹੇ ਨੇ ਪਰਿਵਾਰ ਨਾਲ। ਆਪਾਂ ਉਹਨਾਂ ਤੋਂ ਗੱਲਬਾਤ ਕਰਾਂਗੇ, ਉਹ ਕਿੰਨੇ ਵਾਰੀ ਖੇਡੇ ਆ। ਬਾਈ ਸਵਾਗਤ ਆ। ਹਾਂਜੀ ਬਾਈ ਘਰਦਿਆਂ ਨਾਲ ਝੋਨਾ ਲਾ ਰਹੇ ਹੋ ਕਿੰਨੇ ਸਮੇਂ ਤੋਂ? ਹੋ ਗਏ ਕਾਫੀ 5-6 ਸਾਲ। ਤੇ ਕਦੋਂ ਤੋਂ ਖੇਡ ਰਹੇ ਹੋ? 10 ਸਾਲ ਹੋ ਗਏ। 10 ਸਾਲ ਹੋ ਗਏ। ਹਾਂਜੀ। ਕਿਸੇ ਨੇ ਕੋਈ ਸਾਰ ਨਹੀਂ ਲਈ? ਨਹੀਂ ਜੀ। ਅੱਛਾ, ਕਿੰਨੇ ਮਤਲਬ ਨੈਸ਼ਨਲ ਕਿੰਨੇ ਵਾਰੀ ਖੇਡੇ ਹੋ? 9 ਵਾਰ ਨੈਸ਼ਨਲ ਖੇਡੀਆਂ। 9 ਵਾਰੀ ਨੈਸ਼ਨਲ ਖੇਡੇ। ਹਾਂਜੀ। ਤੇ ਪੰਜਾਬ ਚੋਂ 골ਡ ਕਿੰਨੇ ਨੇ? ਉਹ ਤਾਂ ਕੋਈ ਗਿਣਤੀ ਨਹੀਂ। ਕੋਈ ਗਿਣਤੀ ਨਹੀਂ ਹਾਂਜੀ। ਪੰਜਾਬ ਦੇ 골ਡ ਦੀ। ਪੰਜਾਬ ਦੀਆਂ ਸਰਕਾਰਾਂ ਨੂੰ ਇਹ ਸੁਣ ਲੈਣ, ਜੇ ਕੋਈ ਸਿਆਸਤਦਾਨ ਸੁਣਦਾ, ਪੰਜਾਬ ਦੇ ਵਿੱਚ ਕੋਈ ਗਿਣਤੀ ਨਹੀਂ। ਉਹ ਕਹਿੰਦੇ ਜਿੰਨੇ ਵਾਰੀ ਅਸੀਂ 골ਡ ਜਿੱਤੇ ਨੇ। ਅੱਛਾ ਬਾਈ, ਪਰਿਵਾਰ ਦੀ ਇਸ ਮੰਦੀ ਹਾਲਤ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ? ਨਹੀਂ ਜੀ, ਕਿਸੇ ਨੇ ਨਹੀਂ ਦਿੱਤਾ। ਤੁਹਾਡੀ ਕੀ ਸਟੱਡੀ ਆ? ਮੈਂ BA ਕੀਤੀ ਹੋਈ ਆ, ਮੈਂ MA ਚੱਲਦੀ ਪਈ ਆ। ਐਮਏ ਕਰ ਰਹੇ ਹੋ? ਹਾਂਜੀ। ਠੀਕ ਆ। ਡਾਈਟ ਦਾ ਕਿਵੇਂ ਪ੍ਰਬੰਧ ਕਰਦੇ ਹੋ ਫਿਰ? ਡਾਈਟ ਤਾਂ ਬਸ ਰੋਟੀ ਹੀ ਹੈ। ਰੋਟੀ ਹੋਈ। ਹਾਂਜੀ। ਠੀਕ ਆ। ਹਰਿਆਣੇ 'ਚ ਕੀ ਫਰਕ ਆ ਆਪਣੇ ਨਾਲੋਂ? ਹਰਿਆਣੇ 'ਚ ਨੈਸ਼ਨਲ 'ਚ ਫਸਟ ਆਉਂਦਾ ਤਾਂ 5 ਲੱਖ ਰੁਪਏ ਦਿੱਤਾ ਜਾਂਦਾ ਹੈ, ਤਾਂ ਸਿਲਵਰ ਆਉਂਦਾ 3 ਲੱਖ, ਬ੍ਰਾਊਨਸ ਤਾਂ ਲੱਖ। ਤੁਸੀਂ ਕਿੰਨੇ ਵਾਰ ਜਿਹੜਾ ਸਿਲਵਰ ਲੈ ਕੇ ਆਏ ਹੋ? ਮੈਂ 2 ਵਾਰ। 2 ਵਾਰ ਸਿਲਵਰ। ਹਾਂਜੀ। ਕਿੰਨੇ ਲੱਖ ਰੁਪਇਆ ਸਰਕਾਰ ਨੇ ਪਾਤਾ ਤੁਹਾਡੇ ਖਾਤੇ 'ਚ? ਕੋਈ ਲੱਖ ਨਹੀਂ ਪਾਇਆ, 5000 ਰੁਪਇਆ ਮਿਲਿਆ ਸੀਗਾ ਇੱਕ ਵਾਰੀ 5000। ਹਾਂਜੀ। ਪੰਜਾਬ ਸਰਕਾਰ ਨੇ ਸਿਰਫ 5000 ਦਿੱਤਾ 2 ਵਾਰੀ ਸਿਲਵਰ ਨੇ, ਤੇ ਹਰਿਆਣੇ 'ਚ 2 ਲੱਖ ਰੁਪਇਆ ਸਿਲਵਰ ਵਾਲੇ ਨੂੰ ਮਿਲਦਾ। ਹਾਂਜੀ, 2 ਲੱਖ ਸਿਲਵਰ। ਅੱਛਾ ਬਾਈ, ਕਿਸੇ ਹੋਰ ਨੇ, ਸਮਾਜ ਸੇਵੀ ਨੇ, ਕੋਈ ਧਾਰਮਿਕ ਆਗੂ ਨੇ ਕਦੇ ਕੋਈ ਮਦਦ ਕਰੀ ਹੋਵੇ? ਕਿਸੇ ਨੇ ਨਹੀਂ ਅੱਜ ਕੱਲ ਤਾਂ ਵੈਸੇ ਕੀਤੀ। ਡਾਕਟਰ ਦੀਪ ਡਾਕਟਰ ਉਹ ਥੋੜੀ ਬਹੁਤੀ ਬਹੁਤ ਕਰਦੇ ਆ, ਮਤਲਬ ਮੈਡੀਸਨ ਦੇ ਦਿੰਦੇ ਆ, ਕਈ ਵਾਰ ਡਾਈਟ ਵੀ ਦੇ ਕੇ ਆਉਂਦੇ ਆ। ਮਤਲਬ ਹੁਣ ਉਹ ਵੀ ਇੰਨੇ ਬੱਚਿਆਂ ਨੂੰ 50-60 ਬੱਚੇ ਆ, ਉਹ ਵੀ ਇਹਨਾਂ ਦੇ ਕੀ ਸੋਚਣਾ ਨਾ। ਕਿੰਨੀਆਂ ਕੁੜੀਆਂ ਨੇ ਜਿਹੜੀਆਂ ਇਸ ਵਾਰੀ ਵੀ ਝੋਨਾ ਲਾ ਰਹੀਆਂ? ਉਹ ਆਪਣੇ ਆਪਣੇ ਪਰਿਵਾਰ ਨਾਲ ਬਹੁਤ ਜਾਣੇ ਆ, ਮਤਲਬ ਬੱਚੇ ਆਪਣੇ ਆਪਣੇ ਪਰਿਵਾਰ ਨਾਲ ਲਾ ਰਹੇ ਆ। ਹਾਂਜੀ। ਕਿੰਨੀ ਦਿਹਾੜੀ ਜਿਹੜੀ ਆ ਕਿੱਲੇ ਦਾ ਕਿੰਨੇ ਪੈਸੇ ਮਿਲ ਰਹੇ? 4200 ਰੁਪਏ। 4200 ਰੁਪਏ। ਹਾਂਜੀ। ਤੇ ਇਹ ਰੋਟੀ ਦਾ ਹੋਰ ਸਾਰਾ? ਰੋਟੀ ਸਾਰੀ ਆਪਣੀ ਆਪ ਦੀ ਰੋਟੀ। ਹਾਂਜੀ। ਅੱਛਾ ਬਾਈ, ਕੀ ਮੰਗ ਕੀ ਕਰਦੇ ਸਰਕਾਰ ਤੋਂ? ਬਸ ਇੱਕ ਇਹੀ ਆ ਕਿ ਸਰਕਾਰੀ ਨੌਕਰੀ ਦਿੱਤੀ ਜਾਵੇ, ਜਾਂ ਥੋੜਾ ਬਹੁਤਾ ਡਾਈਟ ਵਗੈਰਾ, ਜਾਂ ਜਿੱਦਾਂ ਹਰਿਆਣੇ ਦੀ ਸਰਕਾਰ ਦੇ ਰਹੀ ਹੈ, ਥੋੜਾ ਸਾਥ ਦਿੱਤਾ ਜਾਵੇ ਤਾਂ ਬਹੁਤ ਫਾਇਦਾ ਹੋ ਸਕਦਾ ਹੈ। ਹਾਂਜੀ। ਅੱਛਾ, ਡਾਈਟ ਕਿੰਨੀ ਹੋਣੀ ਚਾਹੀਦੀ ਹੈ ਰੈਸਲਰ ਦੀ? ਡਾਈਟ ਤਾਂ ਆਪਣੇ ਹਿਸਾਬ ਨਾਲ, ਜਿੱਦਾਂ ਬਦਾਮ ਹੋ ਗਏ, ਆਂਡੇ ਹੋ ਗਏ, ਕੇਲੇ ਹੋ ਗਏ, ਫਰੂਟ ਹੋ ਗਿਆ, ਸਾਰਾ ਇਦਾਂ ਵੀ ਸਾਰਾ ਹੋਣਾ ਚਾਹੀਦਾ ਹੈ। ਅੱਛਾ, ਮਹੀਨੇ 'ਚ ਕਿੰਨੇ ਵਾਰੀ ਆਂਡੇ ਖਾ ਲੈਂਦੇ ਹੋ? ਮਹੀਨੇ 'ਚ ਰੋਜ਼ ਦੇ 2 ਮਾਰਨਿੰਗ, 2 ਦੁਪਹਿਰੇ, 2 ਸ਼ਾਮ। ਅੱਛਾ, ਖਾਣੇ ਹੁੰਦੇ ਲਾਜ਼ਮੀ? ਹਾਂਜੀ, ਡਾਈਟ ਹੁੰਦੀ ਹੈ। ਪਰ ਤੁਹਾਨੂੰ ਕਿੰਨੇ ਮਿਲ ਪਾਉਂਦੇ ਆ? ਕੁਝ ਵੀ ਨਹੀਂ। ਕੁਝ ਵੀ ਨਹੀਂ ਮਿਲਦਾ। ਹਾਂਜੀ। 6 ਆਂਡੇ ਮਤਲਬ ਰੋਜ਼ਾਨਾ ਤੁਸੀਂ ਕਹਿੰਦੇ ਹੋ ਜਿਹੜੇ ਖਾਣੇ ਪੈਂਦੇ ਆ, ਤੁਹਾਨੂੰ ਨਹੀਂ ਮਿਲਦੇ? ਮਿਲਦੇ। ਅੱਛਾ, ਕਿੰਨੇ ਫਰੂਟਸ ਖਾਣੇ ਜ਼ਰੂਰੀ ਹੁੰਦੇ ਆ ਦਿਹਾੜੀ 'ਚ? ਮਾਰਨਿੰਗ ਜਾਂਦੇ ਟਾਈਮ ਵੀ ਖਾਣੇ ਚਾਹੀਦੇ ਆ, ਫਿਰ ਪ੍ਰੈਕਟਿਸ ਤੋਂ ਆ ਕੇ, ਫਿਰ ਜਦੋਂ ਫਿਰ ਦੁਪਹਿਰੇ, ਫਿਰ ਸ਼ਾਮ ਨੂੰ ਆ ਕੇ ਪ੍ਰੈਕਟਿਸ ਤੋਂ એનર્ਜੀ ਲਈ ਫਰੂਟ ਜ਼ਰੂਰੀ ਹੈ। ਹਾਂਜੀ। ਤੁਸੀਂ ਕਿੰਨੇ ਮਹੀਨੇ 'ਚ ਕਿੰਨੇ ਵਾਰੀ ਖਾ ਲੈਂਦੇ ਹੋ? ਮਹੀਨੇ 'ਚ ਮਿਲ ਗਿਆ ਤਾਂ ਠੀਕ ਆ, ਨਹੀਂ ਤਾਂ ਨਹੀਂ। ਹਾਂਜੀ। ਤੁਹਾਡਾ ਕਿਹੜੀ ਵੇਟ ਲਿਫਟਿੰਗ ਚੋਂ, ਕਿਹੜੇ ਚੋਂ? ਫਿਰ ਵੈਸੇ ਹੁਣ ਤਾਂ 57 ਹੈਗਾ, ਪਹਿਲਾਂ 47 ਸੀਗਾ। 47 ਸੀ। ਹਾਂਜੀ। ਲੱਗਦਾ ਨਹੀਂ ਵੀ ਮਤਲਬ ਤੁਸੀਂ ਨੈਸ਼ਨਲ ਲੈਵਲ ਤੱਕ ਖੇਡੇ ਹੋ, ਭਾਰ ਹੀ ਨਹੀਂ ਵਧਿਆ? ਕਿੰਨੀ ਉਮਰ ਤੁਹਾਡੀ? ਮੇਰੀ 22 ਸਾਲ। 22 ਸਾਲ। ਮਤਲਬ ਭਾਰ ਤੁਹਾਡਾ ਵਧਣਾ ਚਾਹੀਦਾ ਸੀ, ਡਾਈਟ ਕਰਕੇ ਕਾਰਨ ਲੱਗਦਾ ਕੁਝ ਹੋਰ ਲੱਗਦਾ?
ਡਾਈਟ ਕਰਕੇ ਵੀ ਲੱਗਦਾ ਏ, ਬਾਕੀ ਕੋਈ ਸਾਥ ਵੀ ਹੈ ਨਹੀਂਗਾ। ਹਾਂ ਕਿਹਦਾ ਸਾਥ ਲਈਏ? ਹੂੰ ਘਰ ਦੀ ਵੀ ਦੇਖਦੇ ਆ, ਘਰ ਵੀ ਉਹਨੇ ਜੋਗਾ ਹੈ ਨਹੀਂ ਕਿ ਇੰਨਾ ਸਾਥ ਦੇ ਜਾਵੇ। ਦੇ ਸਕੀ ਹਾਂਜੀ, ਘਰਦਿਆਂ ਵੱਲੋਂ ਘਰਦਿਆਂ ਵੱਲੋਂ ਬਸ ਮਿਹਨਤ ਕਰਦੇ ਆ, ਘਰ ਦਾ ਕਰਕੇ ਖਾ ਲੈਂਦੇ ਆ ਬਸ। ਫਾਦਰ ਸਾਹਿਬ ਕੀ ਕਰਦੇ? ਉਹ ਤਾਂ ਦਿਹਾੜੀ ਚੁੱਤੇ ਜਾਂਦੇ ਦਿਹਾੜੀ ਆ। ਚੁੱਕੀ ਕਰਦੇ। ਹਾਂਜੀ, ਮਦਰ ਵੀ ਮਦਰ ਵੀ ਨਾਲ ਹੀ। ਨਾਲ ਹੀ ਝੋਨਾ ਲਾ ਰਹੇ ਹਾਂਜੀ, ਜਾਂ ਘਰੇ ਕਿਸੇ ਦੇ ਕੰਮ ਕਰਦੇ। ਕੰਮ ਕਰਦੇ। ਹਾਂਜੀ। ਉਹਨੂੰ ਵੀ ਇਦਾਂ ਜਾਣਾ ਪੈਂਦਾ ਲੋਕਾਂ ਦੇ ਘਰਾਂ 'ਚ ਹੁਣ ਤਾਂ ਝੋਨੇ ਤੋਂ ਬਾਅਦ? ਮੰਮੀ ਨਾਲ ਚਲੀ ਜਾਂਦੀ ਆ, ਨਹੀਂ ਤਾਂ ਮੈਂ ਬਸ ਘਰੇ ਹੁੰਦੀ ਆ। ਘਰੇ ਹੁੰਦੇ ਆ। ਹਾਂਜੀ, ਨਹੀਂ ਕਿੱਦਾਂ ਮੈਨੇਜ ਕਰਦੇ ਹੋ ਡਾਈਟ ਦਾ, ਜਿਹੜੀ ਆਪਦੀ ਤੁਸੀਂ ਪ੍ਰੈਕਟਿਸ ਲਾਉਣੀ? ਹੁਣ ਤਾਂ ਇਹਨਾਂ ਦਿਨਾਂ 'ਚ ਤਾਂ ਝੋਨਾ ਜ਼ੋਰ ਤੇ ਆ ਪੂਰਾ ਸੀਜ਼ਨ। ਬਸ ਆਣ ਕੇ ਥੋੜਾ ਦੁੱਧ ਪੀ ਲਈਦਾ ਗਾ, ਹਾਂ। ਨਹੀਂ ਤਾਂ ਬਸ ਕੋਈ ਰੋਟੀ ਖਾ ਲਈਦੀ। ਪ੍ਰੈਕਟਿਸ ਵੀ ਛੁੱਟਦੀ ਹੈ? ਪ੍ਰੈਕਟਿਸ ਤਾਂ ਨਹੀਂ, ਕਰ ਲੈਂਦੇ ਉਦਾਂ ਹੀ। ਕਰ ਲੈਂਦੇ ਆ। ਝੋਨਾ ਲਾਉਂਦੇ ਹੀ ਪ੍ਰੈਕਟਿਸ ਕਰ ਲੈਂਦੇ? ਝੋਨਾ 'ਚ ਤਾਂ ਨਹੀਂ ਕਰਦੇ। ਝੋਨੇ 'ਚ ਪ੍ਰੈਕਟਿਸ ਛੁੱਟ ਜਾਂਦੀ ਹੈ? ਹਾਂਜੀ, ਸੁੱਟ ਜਾਂਦੇ। ਛੁੱਟ ਜਾਂਦੀ ਹੈ। ਅੱਛਾ ਫਿਰ ਵੀ ਜਿਹੜਾ ਸਰਕਾਰ ਵੱਲੋਂ ਕਿਹਾ ਜਾਂਦਾ, ਜਿਵੇਂ ਪੰਜਾਬ ਸਰਕਾਰ ਨੇ ਕਿਹਾ ਸੀ ਕੈਪਟਨ ਸਰਕਾਰ ਵੇਲੇ, ਕਿ ਅਸੀਂ ਹਰ ਮੰਥ 5000 ਰੁਪਇਆ ਦੇਵਾਂਗੇ, ਕੋਈ ਨਹੀਂ ਮਿਲ ਰਿਹਾ। ਕੋਈ ਨਹੀਂ ਮਿਲ ਰਿਹਾ। ਹਾਂਜੀ, ਠੀਕ ਹੈ। ਨਵੀਂ ਸਰਕਾਰ ਆਈ ਹੈ, ਨਵੀਂ ਸਰਕਾਰ ਦਾ ਲੱਗਦਾ ਕੁਝ ਕਰਨਗੇ? ਫਿਲਹਾਲ ਹਜੇ ਤਾਂ ਕੁਝ ਨਹੀਂ ਲੱਗਦਾ, ਬਾਕੀ ਲੰਘਦੇ ਸਮੇਂ ਦਾ ਕੁਝ ਕਹਿ ਨਹੀਂ ਸਕਦੇ। ਕਿੰਨੇ ਖਿਡਾਰੀ ਆਏ ਜਿਹੜੀ ਗੇਮ ਛੱਡ ਕੇ ਬਹਿ ਗਏ ਕਿ ਉਹਨਾਂ ਨੂੰ ਮਿਲਿਆ ਕੁਝ ਨਹੀਂ, ਸਾਥ ਨਹੀਂ ਮਿਲਿਆ? ਕਈਆਂ ਨੇ ਤਾਂ ਆਪਣਾ ਫਿਊਚਰ ਹੀ ਚੇਂਜ ਕਰ ਲਿਆ ਅੱਛਾ, ਕਿ ਕੁਝ ਬਣਦਾ ਹੀ ਨਹੀਂਗਾ। ਬਣਦਾ ਨਹੀਂ। ਫਿਰ ਫਾਇਦਾ ਵੀ ਕੀ ਹੈ ਇਸ ਚੀਜ਼ 'ਚ? ਹਾਂ ਕੋਈ ਬਾਹਰ ਚਲਾ ਜਾਂਦਾ, ਘਰ ਦੀ ਮਜਬੂਰੀ ਨਾਲ ਤਾਂ ਹੁਣ ਬਹੁਤ ਕੁਝ ਚੇਂਜ ਕਰਨਾ ਪੈਂਦਾ ਹੈ ਕਿ ਗੇਮ ਦੇ ਮੂੰਹ ਵੱਲ ਦੇਖੀ ਜਾਵਾਂਗੇ ਤਾਂ ਕੁਝ ਬਣਦਾ ਵੀ ਨਹੀਂ, ਕੋਈ ਸਾਥ ਵੀ ਨਹੀਂ ਦੇ ਰਿਹਾ, ਤਾਂ ਫਿਰ ਉੱਥੇ ਹੀ ਬੈਠੇ ਰਵਾਂਗੇ। ਅੱਛਾ ਅਕੈਡਮੀ ਦੇ ਵਿੱਚ ਕਈ ਵਾਰੀ ਕੋਚ ਦੀ ਸਮੱਸਿਆ ਆਉਂਦੀ ਹੋਊ ਜਾਂ ਦੂਰ ਜਾਂਦੇ ਹੋ, ਉਦੋਂ ਕਿਰਾਇਆ ਭਾੜਾ ਕਿਵੇਂ ਮੈਨੇਜ ਕਰਦੇ? ਉਦੋਂ ਫਿਰ ਕਈ ਵਾਰ ਤਾਂ ਆਧਾਰ ਕਾਰਡ ਵਾਲੀ ਬੱਸ ਤੇ ਚਲੇ ਜਾਂਦੇ, ਹੁਣ ਤਾਂ ਆਧਾਰ ਕਾਰਡ ਵਾਲੀ ਚੱਲੀ ਆ। ਫਿਰ ਕਈ ਵਾਰ ਕਿਸੇ ਤੋਂ ਮੰਮੀ ਫੜ ਕੇ ਦਿੰਦੇ ਆ, ਪੁੱਛ ਕੇ ਲਿਆ ਕੇ ਦਿੰਦੇ ਆ ਵੀ ਜੇ ਜਾਣਾ ਤਾਂ। ਪੰਜਾਬ ਤੋਂ ਬਾਹਰ ਜਦੋਂ ਜਾਣਾ ਪਵੇ? ਪੰਜਾਬ ਤੋਂ ਬਾਹਰ ਫਿਰ ਇਦਾਂ ਹੀ ਬਸ ਥੋੜਾ ਬਹੁਤਾ ਕਿਸੇ ਤੋਂ ਲੈ ਕੇ। ਕਦੇ ਪੰਜਾਬ ਕੋਚ ਸਾਹਿਬ ਨੇ ਕੋਈ ਐਪਰੀਸ਼ੀਏਸ਼ਨ ਦਿੱਤੀ ਹੋਵੇ ਜਾਂ ਮਤਲਬ ਕਿਹਾ ਹੋਵੇ ਵੀ ਚੱਲ ਆਹ ਪੁੱਤ ਪੈਸੇ ਚੱਕ ਤੇ ਗੇਮ ਨਾ ਛੱਡੀ, ਐਦਾਂ ਕਦੇ ਹੋਇਆ ਹੋਵੇ? ਜਾਂ ਕੋਈ ਸਰਕਾਰੀ ਅਧਿਕਾਰੀ ਆਇਆ ਹੋਵੇ, ਉਹਨੇ ਕਿਹਾ ਹੋਵੇ ਵੀ ਕੋਈ ਤੁਸੀਂ ਗੇਮ ਨਾ ਛੱਡਿਓ ਤੇ ਅਸੀਂ ਤੁਹਾਨੂੰ ਡਾਈਟ ਦਿੰਦੇ ਰਵਾਂਗੇ? ਐਦਾਂ ਤਾਂ ਕੁਝ ਨਹੀਂ ਹੋ ਰਿਹਾ। ਹੋ ਨਹੀਂ ਰਿਹਾ? ਨਹੀਂ ਜੀ, ਸਰਕਾਰੀ ਡਾਈਟ? ਸਰਕਾਰੀ ਡਾਈਟ ਵੀ ਨਹੀਂ ਕੋਈ ਦੇ ਰਿਹਾ। ਦੇ ਨਹੀਂ ਰਹੇ? ਹਾਂਜੀ, ਨਹੀਂ ਜਿਹੜੇ ਆਪਣੇ ਇੱਥੇ ਕੁਸ਼ਤੀ ਅਖਾੜਾ ਉੱਥੇ ਕਹਿੰਦੇ ਸੀ ਵੀ ਸਰਕਾਰੀ ਡਾਈਟ ਆਉਂਦੀ ਹੁੰਦੀ ਹੈ ਜਾਂ ਆਇਆ ਕਰੂਗੀ। ਉਹ ਸਮਰ ਕੈਂਪ ਇੱਕ ਮੰਥ ਦਾ ਲੱਗਦਾ ਹੁੰਦਾ ਹੈ, ਹਾਂ, ਉਹਦੇ 'ਚ ਥੋੜੀ ਬਹੁਤੀ ਮਿਲ ਜਾਂਦੀ ਆ। ਪਰ ਜਿਹੜੇ ਖਿਡਾਰੀ ਨੇ ਨੈਸ਼ਨਲ ਲੈਵਲ ਦੇ ਉਹਨਾਂ ਨੂੰ ਤਾਂ ਮਤਲਬ ਮੰਥਲੀ ਜਾਂ ਡੇਲੀ ਮਿਲਣੀ ਚਾਹੀਦੀ ਹੈ ਡਾਈਟ? ਡੇਲੀ ਨਹੀਂ ਮਿਲ ਰਿਹਾ ਕੁਝ ਵੀ। ਕੁਝ ਵੀ ਨਹੀਂ ਮਿਲ ਰਿਹਾ? ਹਾਂਜੀ, ਕੀ ਕਾਰਨ ਕੀ ਲੱਗਦਾ ਸਰਕਾਰਾਂ ਕਿਉਂ ਕਰਦੀਆਂ ਐ? ਸਰਕਾਰਾਂ ਦਾ ਹੁਣ ਅਸੀਂ ਕੀ ਵੀ ਕਹਿ ਸਕਦੇ ਹਾਂ। ਨਹੀਂ ਜਿਵੇਂ ਉਹ ਦਾਅਵੇ ਕਰਦੇ ਆ ਕਿ ਅਸੀਂ ਖਿਡਾਰੀਆਂ ਵਾਸਤੇ, ਨੌਜਵਾਨਾਂ ਵਾਸਤੇ, ਵਿਦਿਆਰਥੀਆਂ ਵਾਸਤੇ ਕੁਝ ਕਰਾਂਗੇ। ਇੱਕੋ ਤਾਂ ਵੋਟ ਲੈਣ ਦਾ ਸਿਲਸਿਲਾ ਹੁੰਦਾ ਹੈ ਕਿ ਅਸੀਂ ਵੋਟਾਂ ਲੈਣੀਆਂ, ਉਦੋਂ ਤਾਂ ਬਹੁਤ ਕੁਝ ਕਹਿੰਦੇ ਆ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ, ਪਰ ਬਾਅਦ ਵਿੱਚ ਤਾਂ ਆਪਦੇ ਹੀ ਨਹੀਂ ਕੰਮ ਲੋਟ ਆਉਂਦੇ ਸਰਕਾਰਾਂ ਦੇ ਕਿ ਸਾਡੇ ਲਈ ਕੌਣ ਨਿਗਾਹ ਮਾਰੂਗਾ। ਕੀ ਬਾਈ ਕੀ ਮੰਗ ਕਰਦੇ ਹੋ ਸਰਕਾਰ ਤੋਂ? ਇਹੀ ਹੈ ਕਿ ਡੀਐਮਸੀ ਦੇਖ ਕੇ ਸਪੋਰਟਸ ਦੇ ਸਾਨੂੰ ਜੌਬ ਦਿੱਤੀ ਜਾਵੇ, ਕੋਈ ਵੀ ਸਰਕਾਰੀ। ਫਿਲਹਾਲ ਤਾਂ ਕੁਝ ਨਹੀਂ ਮੰਗਦੇ ਸੀ ਤਾਂ। ਇੰਨੀ ਗਰਮੀ ਦੇ ਵਿੱਚ, ਕੜਕ ਦੀ ਧੁੱਪ ਦੇ ਵਿੱਚ, ਹਨਾ, ਮਤਲਬ ਜਦੋਂ ਪੈਰ ਪਾਣੀ ਵੀ ਗਰਮ ਆ ਵਿੱਚ ਵੜ ਕੇ, ਮਤਲਬ ਇਹ ਨਹੀਂ ਹੁੰਦਾ ਵੀ ਆਪਦੇ ਆਪ ਨੂੰ ਵੀ ਯਾਰ ਨੈਸ਼ਨਲ ਲੈਵਲ ਦੀ ਮੈਂ ਖਿਡਾਰਨ, ਮੈਨੂੰ ਤਾਂ ਕਿਸੇ ਮਤਲਬ IPS IAS ਅਫਸਰ ਦੇ ਬਰਾਬਰ ਬਹਿਣਾ ਚਾਹੀਦਾ ਸੀ, ਕਦੇ ਫੀਲ ਨਹੀਂ ਹੁੰਦਾ? ਫੀਲ ਤਾਂ ਬਹੁਤ ਹੁੰਦਾ, ਫੀਲਿੰਗਾਂ ਲੈ ਲੈ ਤਾਂ ਬਹੁਤ ਦੇਖੀਆਂ, ਪਰ ਹੋ ਨਹੀਂ ਰਿਹਾ ਕੁਛ। ਖਿਡਾਰੀ ਨੂੰ ਮਾਰ ਕੇ ਫਿਰ ਇੱਕ ਮਜ਼ਦੂਰ ਬਣ ਜਾਂਦੇ ਅਸੀਂ, ਆਪਣੇ ਅੰਦਰਲਾ ਖਿਡਾਰੀ ਮਾਰ ਕੇ। ਕੌਣ ਮਾਰਦਾ? ਆਪਣੇ ਆਪ ਨੂੰ ਹੀ, ਖੁਦ ਨੂੰ ਹੀ ਮਾਰਨਾ ਪੈਂਦਾ ਹੈ। ਤੇ ਇੱਕ ਸਰਕਾਰ ਸਭ ਤੋਂ ਵੱਡਾ ਮੇਨ ਮੁੱਦਾ ਸਰਕਾਰ। ਜੇ ਸਰਕਾਰ ਸਾਥ ਦਊਗੀ ਤਾਂ ਸਭ ਕੁਝ ਹੋਊਗਾ। ਕਿੰਨੀਆਂ ਲੜਕੀਆਂ ਨੇ ਜਿਹੜੀਆਂ ਇਸ ਵਕਤ ਝੋਨਾ ਲਾ ਰਹੀਆਂ ਤੁਹਾਡੇ ਨਾਲ? ਹੈਗੇ ਨੇ ਆਪਣੇ ਆਪਣੇ ਪਰਿਵਾਰ ਨਾਲ 10-12 ਜਾਣੇ। 10-12? ਹਾਂਜੀ। ਕਿੰਨੀਆਂ ਕੁੜੀਆਂ ਤੁਹਾਡੇ ਧਿਆਨ 'ਚ ਜਿਹੜੀਆਂ ਕੁੜੀਆਂ ਗੇਮ ਛੱਡ ਚੁੱਕੀਆਂ ਨੇ ਇਸੇ ਕਾਰਨ ਕਰਕੇ? ਹੈਗੇ ਨੇ 10-12 ਬੱਚੇ। 10-12 ਬੱਚੇ? ਹਾਂਜੀ, ਇੱਥੋਂ ਬਾਹਰ ਚਲੇ ਗਏ ਆ, ਕੋਈ ਕੰਮ ਕਰਨ ਲੱਗ ਗਏ ਆ।
ਕੀ ਆ ਫਿਊਚਰ ਦੇ ਵਿੱਚ ਜੇ ਕੁਝ ਨਹੀਂ ਬਣਦਾ ਕੀ ਕਰ ਸਕਦੇ ਹੋ? ਫਿਊਚਰ 'ਚ ਦਿਮਾਗ ਤੋਂ ਬਹੁਤ ਕੁਝ ਸੋਚਦਾ ਏ, ਮਤਲਬ ਜੇ ਸਰਕਾਰ ਮਦਦ ਕਰੇ ਤੁਸੀਂ ਕੀ ਸੋਚਦੇ ਹੋ ਫਿਰ ਕੀ ਬਣਨਾ ਚਾਹੁੰਦੇ ਹੋ? ਸਰਕਾਰ ਸਾਥ ਦਊਗੀ ਤਾਂ ਸਭ ਕੁਝ ਹੋ ਜਾਊਗਾ। ਹੂੰ ਜੇ ਕੋਈ ਸਾਥ ਹੀ ਨਹੀਂ ਦਿੰਦਾ ਤਾਂ ਫਿਰ ਤਾਂ ਕੁਝ ਵੀ ਨਹੀਂ ਹੈਗਾ, ਫਿਰ ਤਾਂ ਆਹੀ ਕੁਛ ਆ ਜੋ ਤੁਹਾਡੇ ਸਾਹਮਣੇ ਆ। ਭਾਰਤ ਦੇ ਵਿੱਚ ਕਈ ਸਾਲ ਹੋ ਗਏ 올림픽ਸ ਦੇ ਵਿੱਚ ਮਤਲਬ ਕੋਈ 골ਡ ਨਹੀਂ ਜਾਂ ਕੁਝ ਹੋਰ ਨਹੀਂ ਨਾ, ਮੈਡਲਾਂ ਦੀ ਇੱਕ ਕਤਾਰ ਹੁੰਦੀ ਸੀ ਇੱਕ ਟਾਈਮ, ਭਾਰਤ ਦੇ ਵਿੱਚ ਉਹਦੀ ਬਹੁਤ ਕਮੀ ਆਈ ਹੈ। ਜੇ ਸਰਕਾਰ ਸਾਥ ਦੇਵੇ ਕੀ ਕਰ ਸਕਦੇ ਹੋ? ਤਾਂ ਮੈਡਲ ਹੀ ਮੈਡਲ ਹੋ ਸਕਦੇ ਆ। ਕੋਈ ਗਿਣਤੀ ਹੈ ਮਤਲਬ ਹੁਣ ਤੱਕ ਕਿੰਨੇ ਮੈਡਲ ਲਿਆ ਚੁੱਕੇ ਹੋ ਪੰਜਾਬ ਲਈ ਜਾਂ ਨੈਸ਼ਨਲ ਲਈ ਜਾਂ ਜਿਹੜਾ ਤੁਸੀਂ ਜ਼ਿਲ੍ਹਾ ਲੈਵਲ ਤੱਕ ਖੇਡੇ ਹੋ, ਕਿੰਨੇ ਮੈਡਲ ਨੇ ਗਿਣਤੀ? ਅਣਗਿਣਤੀ ਆ, ਫਿਰ ਵੀ ਕੋਈ ਗਿਣਤੀ ਨਹੀਂ। ਅੱਛਾ, ਹਾਂਜੀ 100 ਪਲੱਸ ਹੋਣਗੇ? ਹੋ ਸਕਦਾ। ਹੋ ਸਕਦੇ 100 ਮੈਡਲ ਪਲੱਸ ਨੇ। ਹਾਂਜੀ ਤੇ ਜੇ 올림픽ਸ ਜਾਣਾ ਹੋਵੇ ਤੇ ਕੀ ਕੀ ਚਾਹੀਦਾ? ਸਭ ਤੋਂ ਪਹਿਲਾਂ ਤਾਂ ਸਟਾਰਟਿੰਗ ਹੀ ਸਟਾਰਟ ਕਰਨਾ ਪਊਗਾ, ਫਿਰ ਹੀ 올림픽 ਤੱਕ ਜਾਇਆ ਜਾਊਗਾ। ਹਾਂਜੀ, ਉਹ ਵੀ ਜੇ ਕੋਈ ਸਾਥ ਦਊਗਾ ਤਾਂ, ਅਦਰਵਾਈਜ਼ ਤਾਂ ਫਿਰ ਨਹੀਂ ਜਾਇਆ ਜਾਣਾ। ਜਿੱਦਾਂ ਦੇ ਹਾਲਾਤ ਆ ਤਾਂ ਤੁਹਾਡੇ ਸਾਹਮਣੇ ਹੀ ਹੋ ਰਿਹਾ। ਜੇ ਕੋਈ ਸਾਥ ਨਹੀਂ ਦਿੰਦਾ ਤਾਂ ਫੇਰ ਹੀ ਅਸੀਂ ਝੋਨਾ ਲਾ ਰਹੇ ਹਾਂ, ਜੇ ਕੋਈ ਸਾਥ ਦਊਗਾ ਤਾਂ ਸਾਨੂੰ ਝੋਨੇ ਦੀ ਕੀ ਲੋੜ ਆ। ਅੱਛਾ, ਇੱਕ ਲੜਕੀ ਹੋ ਬਾਈ ਫਿਰ ਵੀ ਰੈਸਲਿੰਗ ਕਰਦੇ ਹੋ, ਆਪਣੇ ਤਾਂ ਕੁੜੀਆਂ ਨੂੰ ਹੀ ਘਰਾਂ ਚੋਂ ਨਹੀਂ ਬਾਹਰ ਨਿਕਲਣ ਦੇ, ਇਹ ਹੌਸਲਾ ਕਿੱਥੋਂ ਆਇਆ? ਇੱਕ ਅੰਦਰ ਜ਼ਮੀਰ ਸੀਗਾ, ਜਦੋਂ ਉਹ ਜਾਗ ਗਿਆ ਤਾਂ ਫਿਰ ਸਾਰਾ ਕੁਝ ਹੀ ਹੋ ਗਿਆ। ਇੱਕ ਅੰਦਰ ਹੁੰਦਾ ਕਿ ਮੈਂ ਗੇਮ ਕਰਨੀ ਆ, ਉਹ ਚੀਜ਼ ਸੀਗੀ ਮੈਂ ਗੇਮ ਕਰਨੀ ਆ, ਪਰ ਅੱਜ ਬਹੁਤ ਪਛਤਾਵਾ ਹੁੰਦਾ ਗੇਮ ਕਰਕੇ। ਕੀ ਲੈਣਾ ਸੀ ਇਸ ਤੋਂ ਵਧੀਆ ਸਟੱਡੀ 'ਚ ਵਧੀਆ ਮਾਰਕਸ ਲੈਂਦੇ, ਵਧੀਆ ਪੜ੍ਹਦੇ, ਮੈਡੀਕਲ ਨਾਨ ਮੈਡੀਕਲ ਕਰਦੇ ਜਾਂ ਆਈਲੈਟਸ ਕਰਦੇ, ਵਧੀਆ ਪੜ੍ਹਦੇ। ਗੇਮ ਦੇ ਚੱਕਰਾਂ 'ਚ ਤਾਂ ਸਾਰਾ ਕੁਝ ਹੀ ਬਸ ਸਟੱਡੀ ਵੱਲ ਵੀ ਨਹੀਂ ਧਿਆਨ ਦਿੱਤਾ ਗਿਆ ਗੇਮ ਦੀ ਵਜ੍ਹਾ ਨਾਲ। ਇਹਦੇ ਬਾਵਜੂਦ ਕਿੰਨੇ % ਨੰਬਰ ਨੇ ਤੁਹਾਡੇ? 60%। ਮਤਲਬ ਪਹਿਲੇ ਦਰਜੇ ਨਾਲ ਪਾਸ ਹੋਏ ਹੋ? ਹਾਂਜੀ। ਕਿਉਂ ਇਸ ਤਰ੍ਹਾਂ ਆਪਣੇ ਭਾਰਤ ਦੇ ਵਿੱਚ ਕਿਉਂ ਹੁੰਦਾ ਇਦਾਂ? ਦੂਜੇ ਮੁਲਕਾਂ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਹੀ ਆਪਾਂ ਮੰਨ ਲਈਏ, ਹਰਿਆਣਾ ਸਰਕਾਰ ਕੋਲੇ ਇਹੋ ਜਿਹਾ ਕੀ ਆ ਜਿਹੜਾ ਮਤਲਬ ਵੱਖਰਾ ਦਿੰਦੇ ਆ? ਵੱਖਰਾ ਨਹੀਂ ਦਿੰਦੇ, ਉਹ ਸਾਥ ਦਿੰਦੇ ਆ ਖਿਡਾਰੀ ਦਾ। ਖਿਡਾਰੀ ਨੂੰ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੰਦੇ, ਕੋਈ ਡਾਈਟ ਦੀ ਜਾਂ ਕੋਈ ਪੈਸੇ ਦੀ, ਸਾਰੇ ਪੱਖੋਂ ਸਾਥ ਦਿੰਦੇ ਆ, ਤਾਂ ਕਰਕੇ ਹਰਿਆਣਾ ਸਰਕਾਰ ਵਧੀਆ ਹੈ। ਅੱਛਾ, ਕਦੇ ਇਦਾਂ ਤਾਂ ਨਹੀਂ ਹੋਇਆ ਵੀ ਮਜ਼ਦੂਰਾਂ ਚੋਂ ਆ ਤਾਂ ਕਰਕੇ ਮਤਲਬ ਕੋਈ ਧਿਆਨ ਨਹੀਂ ਦਿੰਦਾ? ਨਹੀਂ, ਸੈਂਟਰ 'ਚ ਵੀ ਬੜੇ ਇਦਾਂ ਦੇ ਆਏ ਆ, ਕਹਿ ਦਿੰਦੇ ਆ ਕਿ ਹਾਂ ਅਸੀਂ ਸਾਥ ਦੇਵਾਂਗੇ ਜਾਂ ਅਸੀਂ ਆਹ ਚੀਜ਼ ਦੇਵਾਂਗੇ, ਪਰ ਉਸ ਟਾਈਮ ਹੀ ਕਹਿੰਦੇ ਆ, ਬਾਅਦ 'ਚ ਕੋਈ ਨਹੀਂ ਪੁੱਛਦਾ। ਤੇ ਖੇਲੋ ਇੰਡੀਆ ਦੀਆਂ ਜਿਹੜੀਆਂ ਤਰਜ਼ਾਂ ਨੇ ਕੇਂਦਰ ਸਰਕਾਰ ਵੱਲੋਂ ਜਾਂ ਕੁਝ ਆਇਆ? ਕਿਉਂਕਿ ਸੂਬਿਆਂ ਨੇ ਤਾਂ ਆਪਦੇ ਹਿਸਾਬ ਨਾਲ ਦਿੱਤੇ ਆ ਪੈਸੇ, ਕੇਂਦਰ ਵੱਲੋਂ ਕੋਈ ਆਈ ਰਾਸ਼ੀ ਮੋਦੀ ਸਰਕਾਰ ਵੱਲੋਂ? ਹਜੇ ਤੱਕ ਤਾਂ ਕੁਛ ਨਹੀਂ ਆਇਆ। ਕੁਛ ਨਹੀਂ ਆਇਆ। ਹਾਂਜੀ। ਕਿੰਨੇ ਸਾਲ ਹੋ ਗਏ ਖੇਲੋ ਇੰਡੀਆ 'ਚ ਜਾਂਦਿਆਂ ਨੂੰ? ਖੇਲੋ ਇੰਡੀਆ ਜਾਂਦਿਆਂ ਨੂੰ 5-6 ਸਾਲ ਹੋ ਗਏ। 5-6 ਸਾਲ। ਹਾਂਜੀ। ਅੱਛਾ, ਹਰਿਆਣੇ ਦੀ ਜਿਹੜੀ ਡਾਈਟ ਆ ਹਰਿਆਣੇ ਵਾਲਿਆਂ ਦੀ ਤੁਹਾਡੇ ਨਾਲੋਂ ਵੇਟ ਲਿਫਟਿੰਗ 'ਚ ਜਾਂ ਵੇਟ 'ਚ ਵੀ ਵੱਧ ਹੋਣਗੇ ਜਾਂ ਤਕੜੇ ਹੋਣਗੇ ਤੁਹਾਡੇ ਨਾਲੋਂ? ਡਾਈਟ ਕਰਕੇ ਹੀ ਸਾਰਾ ਕੁਝ ਹੁੰਦਾ ਉਹਨਾਂ 'ਚ, ਉਹ ਫੁਰਤੀ ਵੀ ਆਉਂਦੀ ਆ ਡਾਈਟ ਨਾਲ ਹੀ, ਜਿੱਦਾਂ ਪ੍ਰੈਕਟਿਸ ਹੁੰਦੀ ਆ, ਸਾਰਾ ਡਾਈਟ ਦੇ ਹੀ ਸਹਾਰੇ ਹੁੰਦਾ ਵਾ। ਠੀਕ। ਤੁਹਾਡੇ ਮਤਲਬ ਪਰਿਵਾਰ 'ਚੋਂ ਪਹਿਲਾਂ ਵੀ ਕੋਈ ਸੀਗਾ ਗੇਮ ਦੇ ਵਿੱਚ? ਨਹੀਂ ਜੀ, ਤੁਸੀਂ ਸੀਗੇ ਫਸਟ ਟਾਈਮ ਮੈਂ ਹੀ ਕੀਤੀ। ਜਦੋਂ ਗੇਮ ਚੁਣੀ ਉਦੋਂ ਕੀ ਸੁਪਨਾ ਸੀ? ਕਿ ਗੇਮ ਕਰਕੇ ਬਹੁਤ ਵੱਡੇ ਸਟਾਰ ਬਣਾਂਗੇ, ਸਾਰੀ ਆਲ ਇੰਡੀਆ 'ਚ ਚਮਕਾਂਗੇ, ਪਰ ਇੱਥੋਂ ਤੱਕ ਹੋ ਹੀ ਨਹੀਂ ਸਕਿਆ ਕਿਉਂਕਿ ਸਾਥ ਹੀ ਨਹੀਂ ਦਿੱਤਾ ਸਰਕਾਰ ਨੇ ਜਾਂ ਕਿਸੇ ਹੋਰ ਨੇ। ਜਿਹੜੀ ਅਸੀਂ ਝੋਨਾ ਲਾ ਕੇ ਮਤਲਬ ਪੈਸੇ ਕਮਾਉਂਦੇ ਆ, ਉਹਦੇ ਨਾਲ ਹੀ ਅਸੀਂ ਆਪਣੀ ਡਾਈਟ ਦਾ ਜਾਂ ਜਿਵੇਂ ਲੋਅਰ ਹੋ ਗਿਆ, ਟੀ-ਸ਼ਰਟ, ਕੱਪੜੇ ਵਗੈਰਾ ਥੋੜ੍ਹੇ ਬਹੁਤੇ ਲੈ ਲੈਂਦੇ ਆ, ਥੋੜ੍ਹੀ ਡਾਈਟ ਲੈ ਲੈਂਦੇ ਆ, ਤੇ ਤਾਂ ਕਰਕੇ ਅਸੀਂ ਝੋਨਾ ਲਾ ਲੈਂਦੇ ਆ ਵੀ ਸਾਡਾ ਥੋੜ੍ਹਾ ਬਹੁਤਾ ਸਹਾਇਤਾ ਹੋ ਜੂਗੀ, ਸਾਨੂੰ ਮਿਲ ਜੂਗੀ। ਕਿੱਟਾਂ ਵਗੈਰਾ? ਕਿੱਟਾਂ ਵੀ ਬਸ ਜੇ ਕੋਈ ਆਉਂਦਾ ਤਾਂ ਦੇ ਦਿੰਦਾ, ਨਹੀਂ ਤਾਂ ਅਸੀਂ ਇਦਾਂ ਹੀ ਲੈ ਲੈਂਦੇ ਆ ਬਸ ਥੋੜ੍ਹਾ ਬਹੁਤਾ ਕੰਮ ਕਰਕੇ। ਨਹੀਂ, ਕਿੱਟਾਂ ਤਾਂ ਸਪੋਰਟਸ ਕੋਟੇ ਦੇ ਵਿੱਚ ਤੁਹਾਨੂੰ ਮਿਲਣੀਆਂ ਚਾਹੀਦੀਆਂ। ਨੈਸ਼ਨਲ ਲੈਵਲ ਤੇ ਮਿਲਦੀ ਹੈ, ਇੱਕ ਕਿੱਟ ਮਿਲਦੀ ਹੈ। ਅੱਛਾ, ਇੱਕ ਕਿੱਟ ਮਿਲਦੀ ਸਾਰੇ ਸਾਲ 'ਚ? ਹਾਂਜੀ। ਉਹ ਤਾਂ ਇੱਕ ਵਾਰੀ ਹੋਣਾ ਨੈਸ਼ਨਲ? ਹਾਂਜੀ। ਇੱਕ ਕਿੱਟ ਹੀ ਮਿਲਣੀ ਹੈ? ਹਾਂਜੀ। ਸਾਰੇ ਸਾਲ ਜੇ ਆਪਾਂ ਗਰੀਬ ਹੋਈਏ ਹਨਾ, ਜਿਵੇਂ ਹਾਲਤ ਆ, ਇੱਕ ਕਿੱਟ ਨਾਲ ਕਿਵੇਂ ਸਾਰਾਂਗੇ? ਇੱਕ ਕਿੱਟ ਨਾਲ ਸਰਦਾ ਹੀ ਨਹੀਂ ਹੈਗਾ। ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ? ਆਉਣੀ ਚਾਹੀਦੀ ਆ।
ਅੱਛਾ ਬਾਈ, ਤੁਹਾਡਾ ਕੀ ਨਾਮ ਆ? ਸੰਦੀਪ ਕੌਰ ਵੀਰੇ। ਕਿੰਨੇ ਵਾਰੀ ਨੈਸ਼ਨਲ ਖੇਡੇ ਹੋ? ਮੈਂ ਵੀਰੇ 4-5 ਵਾਰ ਨੈਸ਼ਨਲ ਖੇਡ ਚੁੱਕੀ ਆ, 2 ਵਾਰ ਮੈਡਲ ਆ, ਦੋ ਵਾਰ ਬ੍ਰਾਊਨਸ। medal, ਹਾਂਜੀ। ਅੱਛਾ, ਸਰਕਾਰ ਵੱਲੋਂ ਜਿਹੜੀ ਇਹ ਰਾਸ਼ੀ ਮਿਲਦੀ ਹੈ ਮੈਡਲ ਵਾਲਿਆਂ ਨੂੰ? ਵੀਰੇ ਹਰਿਆਣੇ 'ਚ ਤਾਂ ਕਾਫੀ ਸਪੋਰਟ ਆ, ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ, ਜਿਹੜੇ ਖੇਡਦੇ ਆ ਹਾਂ। 1.5 ਲੱਖ ਦੇ ਨੇੜੇ ਉਹਨਾਂ ਨੂੰ ਵਧੀਆ ਮਤਲਬ ਪੈਸੇ ਦਿੱਤੇ ਜਾਂਦੇ। ਤੇ ਆਪਣੇ ਏਰੀਆ 'ਚ ਵੀ ਇੰਨੀ ਹੈ ਨਹੀਂ ਸਪੋਰਟ ਵੀ ਬੱਚਿਆਂ ਨੂੰ ਵੀ ਪ੍ਰੋਵਾਈਡ ਕੀਤਾ ਜਾਵੇ, ਮਤਲਬ ਇਸ ਚੀਜ਼ਾਂ ਦੀ ਸਹੂਲਤ ਮਿਲੇ ਵੀ ਕਿ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਣ ਜਾਂ ਉਹਨਾਂ ਨੂੰ ਜੌਬਸ ਦਿੱਤੀਆਂ ਜਾਣ ਤਾਂ ਕਿ ਉਹ ਅੱਗੇ ਵਧ ਸਕਣ। ਕਿੰਨਾ ਸਾਲ ਹੋ ਗਏ ਤੁਹਾਨੂੰ ਰੈਸਲਿੰਗ ਕਰਦਿਆਂ ਨੂੰ? ਸਾਨੂੰ ਵੀਰੇ ਹੋ ਗਏ 8-9 ਸਾਲ, ਝੋਨਾ ਲਾਉਂਦਿਆਂ ਨੂੰ? 5-6 ਸਾਲ। 5 ਸਾਲ ਝੋਨਾ। ਇਹ ਕਿਸੇ ਲੀਡਰ ਨੂੰ ਸ਼ਰਮ ਨਹੀਂ ਆਈ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ? ਨਹੀਂ ਵੀਰੇ, ਹਰ ਸਾਲ ਆਉਂਦੇ ਆ ਕੋਈ ਨਾ ਕੋਈ, ਮਤਲਬ ਹੈਲਪ ਕਰਨ ਲਈ ਆਉਂਦਾ ਏ, ਦਿਖਾਉਂਦੇ ਆ ਵੀ ਬੱਚੇ ਖੇਡਦੇ ਆ, ਗੇਮ ਕਰਦੇ ਆ ਤੇ ਵੀ ਨਾਲ ਨਾਲ ਕਮਾਈ ਵੀ ਕਰਦੇ, ਕਿਰਤ ਘਰਦਿਆਂ ਦਾ ਹੱਥ ਵਟਾਉਂਦੇ, ਝੋਨਾ ਲਾਉਂਦੇ। ਪਰ ਕੋਈ ਸੋਚਦਾ ਬਾਈ, ਕੋਈ ਨਹੀਂ ਸੋਚਦਾ। ਦੇਖਦੇ ਆ ਥੋੜਾ ਬਹੁਤ ਮਦਦ ਵੀ ਕਰਦੇ ਆ, ਬਾਅਦ ਚ ਫਿਰ ਚੁੱਪ ਕਰ ਜਾਂਦੇ ਆ। ਠੀਕ ਹੈ। ਝੋਨਾ ਕਿੰਨੇ ਸਮੇਂ ਤੋਂ ਲਾ ਰਹੇ? 5-6 ਸਾਲ ਹੋ ਗਏ ਵੀਰੇ। ਠੀਕ ਹੈ। ਕਿੰਨੇ ਵਾਰੀ ਮਤਲਬ ਜਿਹੜਾ ਪੰਜਾਬ ਚੋਂ 골ਡ ਨੇ ਤੁਹਾਡੇ? ਮੇਰੇ ਵੀਰੇ ਸਟੇਟ ਲੈਵਲ ਤੋਂ ਹੈਗੀ ਆ, 10-12 ਵਾਰ ਖੇਡ ਚੁੱਕੀ ਆ। ਕਦੇ ਕੋਈ ਮਦਦ ਨਹੀਂ ਸਰਕਾਰ ਵੱਲੋਂ? ਨਹੀਂ ਵੀਰੇ, ਹੁੰਦੀ ਤਾਂ ਹੁਣ ਝੋਨਾ ਲਾਉਂਦੇ ਦੱਸਦੇ। ਨੈਸ਼ਨਲ ਖੇਡਣਾ ਤੇ ਝੋਨਾ ਲਾਉਣਾ ਕੀ ਮਤਲਬ ਮਹਿਸੂਸ ਹੁੰਦਾ? IPS IAS ਅਫਸਰ ਦਾ ਬਣਨ ਦਾ ਸੁਪਨਾ ਬੰਦਾ ਲੈਂਦਾ ਵੀ ਯਾਰ ਖਿਡਾਰੀ ਕੋਟੇ ਦੇ ਵਿੱਚੋਂ ਅਫਸਰ ਬਣਾਂਗੇ, ਘਰ ਦੀ ਗਰੀਬੀ ਦੂਰ ਕਰਾਂਗੇ, ਕੀ ਲੱਗਦਾ? ਸੁਪਨੇ ਤਾਂ ਵੀਰੇ ਬਹੁਤ ਹੁੰਦੇ, ਸਾਡੇ ਵੀ ਸੀ ਵੀ ਅਸੀਂ ਗੇਮ ਕਰੀ ਆ, ਕੁਛ ਨਾ ਕੁਛ ਬਣਾਂਗੇ, ਘਰਦਿਆਂ ਨੂੰ ਸੌਖੇ ਕਰਾਂਗੇ, ਆਪਦਾ ਨਾਮ ਕਮਾਵਾਂਗੇ, ਈਵਨ ਕਿ ਇੰਡੀਆ ਨੂੰ ਰੀਪ੍ਰੈਜ਼ੈਂਟ ਕਰਾਂਗੇ ਖੇਡ 'ਚ ਵੀ ਤੇ ਆਪਦੇ ਕੰਮ ਕਿੱਤੇ 'ਚ ਵੀ। ਪਰ ਇਹ ਨਹੀਂ ਪਤਾ ਸੀ ਵੀ ਕਰਨੀ ਤਾਂ ਵੈਸੇ ਮਜ਼ਦੂਰੀ ਹੀ ਪੈਣੀ ਆ। ਪੜ੍ਹ ਲਿਖ ਕੇ ਵੀ ਇੰਨਾ ਮਤਲਬ ਬੈਠ ਗਿਆ, ਡਿਗਰੀਆਂ ਲੈ ਕੇ ਵੀ, ਤੇ ਗੇਮ ਦੇ ਨਾਲ ਮੈਡਲ ਵੀ ਦਿੱਤੇ ਇੰਡੀਆ ਨੂੰ, ਪਰ ਫਿਰ ਵੀ ਉਹਨਾਂ ਦੇ ਕੋਈ ਫਰਕ ਨਹੀਂ ਪਿਆ। ਕਿੰਨੀ ਉਮਰ ਆ ਤੁਹਾਡੀ? ਮੇਰੀ ਵੀਰੇ ਹੋ ਗਈ 20 ਸਾਲ। 20 ਸਾਲਾਂ ਦੇ ਵਿੱਚ ਕਿੰਨੇ ਮੈਡਲ ਨੇ ਟੋਟਲ? ਸਾਰੇ Total 골ਡ, ਸਿਲਵਰ, ਬ੍ਰਾਊਨਜ਼ ਹੋਣਗੇ ਵੀਰੇ 50-60 50 ਸਟੇਟ ਨੈਸ਼ਨਲ ਦੇ ਮਿਲਾ ਕੇ। ਸਟੇਟ ਨੈਸ਼ਨਲ ਦੇ 50 ਤੋਂ 60 ਮੈਡਲ ਨੇ 20 ਸਾਲ ਦੀ ਉਮਰ ਦੇ ਵਿੱਚ। ਤੇ ਕਦੇ ਮਤਲਬ ਕੋਈ ਜਿਹੜੀ ਡਾਈਟ ਕਿਵੇਂ ਪ੍ਰਬੰਧ ਕਰਦੇ ਹੋ ਫਿਰ ਝੋਨਾ ਲਾ ਕੇ? ਤਾਂ ਬਸ ਵੀਰੇ ਘਰ ਦੀ ਥੋੜੀ ਬਹੁਤ ਹੈਲਪ ਕਰਦੇ। ਕੋ ਸਾਡੇ ਕੋਚ ਆ ਮਿਸਟਰ ਹਰਭਜਨ ਸਿੰਘ ਨੰਗਲ ਤੋਂ, ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਹੈ। ਕੁਛ ਸੀਨੀਅਰ ਦੀਦੀ ਨੇ ਜੋ ਥੋੜੇ ਬਹੁਤ ਸੈਟਲ ਹੁੰਦੇ ਨੇ ਤੇ ਹੈਲਪ ਕਰ ਦਿੰਦੇ ਨੇ। ਝੋਨਾ ਲਾ ਕੇ ਕੀ ਕਰਦੇ ਹੋ ਫਿਰ? ਮਤਲਬ ਪੈਸਿਆਂ ਦੀ ਡਾਈਟ ਪੂਰੀ ਕਰਦੇ ਹੋ? ਕੁਛ ਡਾਈਟ ਵੀਰੇ, ਕੁਛ ਸਟੱਡੀ ਦਾ ਖਰਚਾ ਆਉਂਦਾ, ਘਰ ਦੀਆਂ ਵੀ ਮਜਬੂਰੀ ਹੁੰਦੀਆਂ ਵੀ ਆਪਾਂ ਕਿਹੜਾ ਰਾਜਾ ਮਹਾਰਾਜਾ ਦੇ ਇਲਾਕੇ 'ਚ ਆ, ਤੇ ਥੋੜਾ ਬਹੁਤ ਐਡਜਸਟਮੈਂਟ ਕਰਨੀ ਪੈਂਦੀ ਹੈ। ਘਰ ਦੇ ਵੀ ਕਹਿੰਦੇ ਵੀ ਬੱਚੇ ਨੂੰ ਖੁਰਾਕ ਮਿਲੂਗੀ ਤਾਂ ਹੀ ਬੱਚਾ ਖੇਡ ਸਕੂਗਾ। ਅੱਜ ਕੱਲ੍ਹ ਤਾਂ ਵੀ ਕੰਪੀਟੀਸ਼ਨ ਹੀ ਇੰਨਾ ਆ ਚੁੱਕਿਆ ਕਿ ਹਰ ਇੱਕ ਬੱਚੇ ਦੇ ਘਰੇ ਕੋਈ ਵੀ ਉਨੀ ਪੋਸੀਬਿਲਿਟੀ ਹੋਣੀ ਚਾਹੀਦੀ ਹੈ ਕਿ ਉਹਨੂੰ ਡਬਲ ਖੁਰਾਕ ਮਿਲੇ ਤੇ ਡਬਲ ਮਿਹਨਤ ਕਰੇ। ਅੱਛਾ, ਡਾਈਟ ਕਿੰਨੀ ਹੋਣੀ ਚਾਹੀਦੀ ਹੈ ਇੱਕ ਖਿਡਾਰੀ ਨੂੰ ਤੇ ਕਿੰਨੀ ਮਿਲਦੀ ਹੈ ਤੁਹਾਨੂੰ? ਇੱਕ ਦਿਨ 'ਚ ਵੀਰੇ ਘੱਟੋ ਘੱਟ 10-15 ਹਜ਼ਾਰ ਮਹੀਨੇ ਦੀ ਤਾਂ ਹੋਣੀ ਚਾਹੀਦੀ ਹੈ, ਕਿ ਦੁੱਧ ਪਾਣੀ ਵੀ ਹੁੰਦਾ ਹੈ, ਆਂਡੇ ਚਿਕਨ ਵਗੈਰਾ ਹੋ ਗਿਆ ਤੇ ਬਦਾਮ ਵਗੈਰਾ ਹੋ ਗਏ। ਬਹੁਤ ਮਤਲਬ ਖੁਰਾਕ ਇੱਕ ਖਿਡਾਰੀ ਨੂੰ ਮਤਲਬ ਮਿੱਟੀ 'ਚ ਪੈਦਾ ਕਰਨ ਲਈ ਬਹੁਤ ਔਖਾ ਹੁੰਦਾ ਹੈ ਵੀਰੇ। ਮਤਲਬ ਉਸ ਲੈਵਲ ਤੇ ਲਿਆਉਣਾ ਵੀ ਉਹ ਬਰਾਬਰ ਦੂਸਰਿਆਂ ਦੇ ਲੜ ਸਕੇ, ਬਹੁਤ ਕਮਾਈਆਂ ਕਰਨੀਆਂ ਪੈਂਦੀਆਂ ਤੇ ਬਹੁਤ ਖਵਾਉਣਾ ਪਿਆਉਣਾ ਪੈਂਦਾ। ਜਦੋਂ ਗੇਮ ਸ਼ੁਰੂ ਕੀਤੀ ਆ ਕੀ ਸੁਪਨਾ ਲਿਆ ਸੀ? ਸੁਪਨਾ ਤਾਂ ਵੀਰੇ ਇਹ ਸੀ ਕਿ ਮੈਂ ਸ਼ੁਰੂ ਤੋਂ ਹੀ ਜਦੋਂ ਗੇਮ ਸਟਾਰਟ ਕੀਤੀ ਸੀ ਮੈਂ IPS ਬਣਨਾ ਚਾਹੁੰਦੀ ਸੀ। ਸਟੱਡੀ 'ਚ ਵੀ ਵਧੀਆ ਸੀ, ਖੇਡਾਂ 'ਚ ਵੀ ਵਧੀਆ ਸਪੋਰਟ ਕੀਤਾ। ਬਾਕੀ ਘਰ ਦੇ ਹਾਲਾਤ ਮਾਰ ਗਏ ਵੀ, ਘਰਦਿਆਂ ਦੀ ਵੀ ਮਜਬੂਰੀ ਸੀ, ਹੁਣ ਇਹਨਾਂ ਨੂੰ ਵੀ ਨਹੀਂ ਕਹਿ ਸਕਦੇ, ਤਾਂ ਕਰਕੇ ਫਿਰ ਇਹਨਾਂ ਦੀ ਨਾਲ ਹੈਲਪ ਕਰਾਉਣੀ ਪਈ ਕਿਉਂਕਿ ਆਪਦਾ ਸੁਪਨਾ ਪੂਰਾ ਕਰ ਸਕੇ। ਅੱਗੇ ਕੀ ਲੱਗਦਾ ਭਵਿੱਖ 'ਚ? ਹਜੇ ਤੱਕ ਤਾਂ ਕੋਈ ਪੋਸੀਬਿਲਿਟੀ ਨਹੀਂ ਵੀਰੇ, ਵਾਰ ਨਾਲ ਪੜ੍ਹੀ ਜਾਂਦੇ ਆ, ਕਮਾਈ ਜਾਂਦੇ ਆ, ਜਿੰਨੇ ਕੁ ਜੋਗੇ ਹੈਗੇ ਉਹਨੇ ਕਰੀ ਜਾਂਦੇ ਆ। ਗਾਂ ਦੇਖਦੇ ਆ ਕਿ ਸਰਕਾਰ ਮਿਹਰਬਾਨ ਹੋਊਗੀ ਕਿ ਨਹੀਂ ਹੋਊਗੀ, ਸਾਡੀ ਵੀ ਸੁਣੀ ਜਾਊਗੀ। ਫਾਦਰ ਮਦਰ ਕੀ ਕਰਦੇ? ਨਾਲ ਹੀ ਆ ਵੀਰੇ, ਝੋਨਾ ਹੀ ਲਾਉਂਦੇ ਆ, ਮਜ਼ਦੂਰੀ ਹੀ ਕਰਦੇ। ਝੋਨਾ ਲਾਉਣ ਤੋਂ ਬਿਨਾਂ ਬਾਅਦ 'ਚ ਜਿਹੜਾ ਮਤਲਬ ਹੋਰ ਘਰਾਂ ਦੇ ਵਿੱਚ ਘਰ ਦੇ ਕੰਮ ਕਰਨ ਜਾਂਦੇ, ਤੁਹਾਨੂੰ ਵੀ ਇਦਾਂ ਜਾਣਾ ਪੈਂਦਾ? ਕਦੇ ਕਦੇ ਵੀਰੇ, ਮਤਲਬ ਮੰਮੀ ਡੈਡੀ ਹੈਗੇ ਆ ਵੀ ਸੋਚਦੇ ਆ ਵੀ ਸਾਡੇ ਬੱਚੇ ਨੇ ਪੜ੍ਹ ਲਿਖ ਕੇ ਵੀ ਕਰਦੇ ਆ ਤਾਂ ਉਹ ਥੋੜੀ ਬਹੁਤੀ ਹੈਲਪ ਕਰ ਲਈ ਪੈਂਦੀ ਉਹਨਾਂ ਦੀ ਵੀ। ਅੱਛਾ, ਇਦਾਂ ਨਹੀਂ ਲੱਗਦਾ ਵੀ ਇਹ ਸਰਕਾਰਾਂ ਦੀ ਜਿਹੜੀ ਨੀਤੀ ਹੈ ਜਾਣਬੁੱਝ ਕੇ ਇਦਾਂ ਕਰਦੇ, ਕੁਝ ਹੋਰ ਲੱਗਦਾ? ਕੁਛ ਨਹੀਂ ਕਹਿ ਸਕਦੇ ਵੀਰੇ, ਸਮਝ ਹੀ ਨਹੀਂ ਆਉਂਦਾ ਕੀ ਆ। ਕਦੇ ਤਾਂ ਉਹ ਕਹਿ ਦਿੰਦੇ ਆ ਵੀ ਬੱਚਿਆਂ ਨੂੰ ਮਤਲਬ ਇੰਡੀਆ ਨੂੰ ਵੀ ਅੱਗੇ ਲਿਆਉਣਾ, ਵਿਕਾਸਸ਼ੀਲ ਬਣਾਉਣਾ, ਪਰ ਮੈਨੂੰ ਲੱਗਦਾ ਨਹੀਂ ਵੀ ਇਹੋ ਚੀਜ਼ ਹੋਊਗੀ ਕਿਉਂਕਿ ਸਾਰੇ ਬੱਚੇ ਅੱਜ ਕੱਲ੍ਹ IELTS ਕਰਕੇ ਬਾਹਰ ਚਲੇ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਦੇਖ ਨਹੀਂ ਰਿਹਾ ਵੀ ਕੋਈ ਸਰਕਾਰੀ ਨੌਕਰੀ ਮਿਲਣ ਦੀ ਉਮੀਦ ਹੈਗੀ ਆ। ਇਸ ਲਈ ਉਹ ਉਸ ਜਗ੍ਹਾ ਜਿੱਥੇ ਉਹਨਾਂ ਨੂੰ ਫਾਇਦਾ ਹੁੰਦਾ ਬੰਦਾ ਉੱਥੇ ਹੀ ਜਾਊਗਾ। ਨਵੀਂ ਸਰਕਾਰ ਨੇ ਬਹੁਤ ਸਾਰੇ ਦਾਅਵੇ ਕੀਤੇ ਸੀ, ਨੌਜਵਾਨਾਂ ਨੂੰ ਆਹ ਦੇਵਾਂਗੇ, ਉਹ ਦੇਵਾਂਗੇ, ਸਪੋਰਟਸ ਦੀਆਂ ਨੀਤੀਆਂ ਬਣਾਵਾਂਗੇ, ਸਿੱਖਿਆ ਦੀਆਂ, ਸਿਹਤ ਦੀਆਂ, ਹੈ ਨਾ। ਤੇ ਕੀ ਲੱਗਦਾ 3 ਮਹੀਨਿਆਂ 'ਚ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੋਵੇ? ਆਪਣੇ MLA ਮਨਜੀਤ ਬਲਾਸਪੁਰ ਆਮ ਆਦਮੀ ਪਾਰਟੀ ਦੂਜੀ ਵਾਰੀ ਬਣ ਗਏ, ਕਦੇ ਪਹੁੰਚ ਕੀਤੀ ਹੋਵੇ ਤੁਹਾਡੇ ਤੱਕ? ਨਹੀਂ ਵੀਰੇ, 3 ਮਹੀਨਿਆਂ 'ਚ ਕਦੇ ਵੀ ਨਹੀਂ। ਕਦੇ ਵੀ ਨਹੀਂ? ਪਹਿਲਾਂ ਆਏ ਹੁਣ ਕਦੇ 5 ਸਾਲ ਪਹਿਲਾਂ MLA ਰਹੇ?
ਪਹਿਲਾਂ ਇੱਕ ਵਾਰ ਆਏ ਸੀਗੇ ਸਾਡੇ ਮਤਲਬ ਜਿੱਥੇ ਖਾੜਾ ਚੱਲਦਾ ਸਾਰਿਆਂ ਨੂੰ, ਹਾਂ। ਉੱਥੇ ਉਹਨਾਂ ਨੇ ਕਾਫੀ ਵਾਅਦੇ ਕੀਤੇ ਸੀ ਤੁਹਾਨੂੰ ਨਵਾਂ ਖਾੜਾ ਬਣਾ ਕੇ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਅੱਗੇ ਵਧਾਵਾਂਗੇ, ਪਰ 5 ਸਾਲ ਤੋਂ ਫਿਰ ਦੁਬਾਰਾ ਬਣ ਚੁੱਕਿਆ, ਪਰ ਹਜੇ ਤੱਕ ਕੋਈ ਮਤਲਬ ਉਮੀਦ ਨਹੀਂ ਦੀ ਸੀ ਉਹਨਾਂ ਦੇ ਆਉਣ ਨਾ ਆਉਣ ਦੀ। ਕੀ ਵਾਅਦਾ ਕੀਤਾ ਸੀ ਉਹਨਾਂ ਨੇ? ਉਹਨਾਂ ਨੇ ਕਿਹਾ ਸੀ ਤੁਹਾਨੂੰ ਮਤਲਬ ਵਧੀਆ ਗਰਾਊਂਡ ਬਣਾ ਕੇ ਦੇਵਾਂਗੇ, ਤੁਹਾਡਾ ਨਵਾਂ ਸਟੇਡੀਅਮ ਬਣਾਵਾਂਗੇ ਜਿੱਥੇ ਕੁੜੀਆਂ ਵਧੀਆ ਮਤਲਬ ਆਪਣੀ ਪ੍ਰੈਕਟਿਸ ਕਰ ਸਕਣ, ਉਹਨਾਂ ਨੂੰ ਜੌਬਸ ਦਿਵਾਵਾਂਗੇ। ਇੰਨੇ ਪੜ੍ਹੇ ਲਿਖੇ ਮਤਲਬ ਸੀਨੀਅਰ ਦੀਦੀ ਸਾਡੇ ਤੋਂ ਬਹੁਤ ਨੇ ਜਿਹੜੇ ਵਿਚਾਰੇ ਥੱਕ ਹੰਬ ਕੇ ਮਤਲਬ ਵਿਆਹ ਕਰਾ ਕੇ ਕਈ ਤਾਂ ਹੋ ਗਏ ਆ ਵੀ ਉਹਦਾ ਘਰ-ਬਾਰ ਸੰਭਾਲਣ ਲੱਗ ਗਏ ਇਸ ਚੀਜ਼ ਤੋਂ ਹਾਰ ਕੇ। ਕਈ ਬਹੁਤ ਸਾਰੇ ਇਦਾਂ ਦੇ ਵੀ ਜਿਨ੍ਹਾਂ ਦੇ ਹੱਡ ਮੋਢੇ ਵੀ ਟੁੱਟੇ ਵੀਰੇ ਇਸ ਚੀਜ਼ 'ਚ, ਕਿਉਂਕਿ ਪਹਿਲਵਾਨੀ ਕਰਨੀ ਹਰ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ, ਬਹੁਤ ਔਖਾ ਹੁੰਦਾ ਹੈ ਇਸ ਚੀਜ਼ ਨੂੰ ਉਹ ਕਰਨਾ। ਹਰਿਆਣੇ ਦੇ ਪਹਿਲਵਾਨ ਤਕੜੇ ਕਾਹਤੋਂ ਤੁਹਾਡੇ ਨਾਲੋਂ? ਉਹਨਾਂ ਨੂੰ ਵੀਰੇ ਸਪੋਰਟ ਵੀ ਹੈ ਸਰਕਾਰਾਂ ਦੇ, ਖੁਰਾਕ ਵੀ ਉੱਥੇ ਵਧੀਆ ਏ ਤਾਂ ਕਰਕੇ। ਜਿਵੇਂ ਪੰਜਾਬ ਸਰਕਾਰ ਦਿੱਲੀ ਮਾਡਲ ਦੀ ਗੱਲ ਕਰਦੀ ਆ, ਤੇ ਦਿੱਲੀ 'ਚ ਕਿੰਨੇ ਮਤਲਬ ਆਉਂਦਾ ਕੋਈ ਫਰਕ ਹੈਗਾ ਆਪਣੇ ਨਾਲੋਂ ਕਿ ਹੈਗੇ ਮੈਡਲ ਮੂਡਲ ਮਿਲਦੇ ਉਹਨਾਂ ਨੂੰ ਕਿ? ਹਾਂਜੀ ਵੀਰੇ ਹੈਗੇ ਆ, ਉੱਥੇ ਐਜੂਕੇਸ਼ਨ ਲੈਵਲ ਵਧੀਆ ਹੈ, ਇੱਥੇ ਸਰਕਾਰੀ ਸਕੂਲ ਦੇਖਣ ਵਾਲੇ ਆ ਤੇ ਆਪਣੇ ਸਰਕਾਰੀ ਸਕੂਲ ਦੇਖਣ ਵਾਲੇ ਬੱਚਿਆਂ ਨੂੰ ਐਜੂਕੇਸ਼ਨ ਵੀ ਨਹੀਂ ਸਹੀ ਮਿਲ ਰਹੀ। ਪਰ ਹਰਿਆਣੇ ਦੇ ਵਿੱਚ 52 ਨੇ 골ਡ, ਦਿੱਲੀ 15 ਲੈ ਕੇ ਆਈ ਹੈ ਤੇ ਪੰਜਾਬ 11। ਕਿੰਨਾ ਡਿਫਰੈਂਸ ਹੈ ਵੀਰੇ। ਜੇ ਸਪੋਰਟ ਹੋਊਗੀ ਬੱਚਿਆਂ ਨੂੰ ਤਾਂ ਹੀ ਬੱਚੇ ਅੱਗੇ ਵਧਣਗੇ। ਅਸੀਂ ਸਪੋਰਟ ਕਰਾਂਗੇ, ਸਾਨੂੰ ਸਪੋਰਟ ਹੋਵੇ ਵੀਰੇ ਤੇ 11 ਮੈਡਲ ਆ ਨਾ ਤਾਂ 20 ਕਰਕੇ ਦਿਖਾਵਾਂਗੇ। ਅੱਛਾ, ਓਲੰਪਿਕਸ ਦੇ ਵਿੱਚ ਕੀ ਲੱਗਦਾ ਜੇ ਓਲੰਪਿਕਸ ਜਾਣਾ ਪਵੇ ਤੇ ਕੀ ਕੀ ਸ਼ਰਤਾਂ ਨੇ ਤੇ ਕੀ ਕੀ ਕਰ ਸਕਦੇ ਹੋ ਤੁਸੀਂ? ਓਲੰਪਿਕ ਲਈ ਉਸ ਲਈ ਵੀਰੇ ਸਭ ਤੋਂ ਪਹਿਲਾਂ ਨੈਸ਼ਨਲ 'ਚ ਮੈਡਲ ਲਿਆਉਣਾ ਚਾਹੀਦਾ, ਬੈਸਟ ਐਂਡ ਬੈਸਟ। ਫਿਰ ਬੰਦਾ ਜੇ ਉੱਥੇ ਲੜੂਗਾ ਤਾਂ ਹੀ ਲੜ ਸਕਦਾ ਜੇ ਉਹਨੂੰ ਵਧੀਆ ਖੁਰਾਕ ਮਿਲੂਗੀ, ਉਹਨੂੰ ਸਪੋਰਟ ਹੋਊਗੀ, ਉਹਨੂੰ ਮਤਲਬ ਆਉਣ ਜਾਣ ਦਾ ਖਰਚਾ ਦਿੱਤਾ ਜਾਊਗਾ। ਆਪਣੇ ਤਾਂ ਵੀਰੇ ਦੇਖਦੇ ਹੀ ਹਾਲਾਤ ਵੀ ਕਈਆਂ ਕੋਲ ਤਾਂ ਬੱਸ 'ਚ ਸਫ਼ਰ ਕਰਨ ਦਾ ਵੀ ਨਹੀਂ ਪੈਸੇ ਹੁੰਦੇ। ਜਦੋਂ ਪੰਜਾਬ ਤੋਂ ਬਾਹਰ ਜਾਂਦੇ ਹੋ ਉਦੋਂ ਫਿਰ ਕਿਰਾਏ ਭਾੜੇ ਦਾ ਕਿਵੇਂ ਕਰਦੇ ਆ? ਬਸ ਵੀਰੇ ਐਡਜਸਟਮੈਂਟ ਕਰ ਲਈਦੇ ਆ। ਈਵਨ ਕਈ ਵਾਰ ਇਦਾਂ ਵੀ ਹੋਇਆ ਕਿ ਅਸੀਂ ਲੋਕਲ ਸਰਵਿਸ ਵੀ ਪੈਕ ਮਤਲਬ ਨੀਚੇ ਬੈਠ ਕੇ ਗਏ ਆ। ਕਈ ਵਾਰ ਨੈਸ਼ਨਲ ਲੈਵਲ ਦੀਆਂ ਪਲੇਅਰ ਕਾਹਤੋਂ? ਸੀਟਾਂ ਵੀ ਨਹੀਂ ਵੀਰੇ ਕਈ ਵਾਰ ਰਿਜ਼ਰਵ ਹੁੰਦੀਆਂ ਸੀਗੀਆਂ। ਅੱਛਾ, ਉਹਦਾ ਕਾਰਨ ਮਤਲਬ ਕੀ ਕਾਰਨ ਲੱਗਦਾ ਕਿ ਉਹ ਲੋਕਲ ਬੱਸ 'ਚ ਜਾਣਾ ਪੈਂਦਾ ਤਾਂ ਕਰਕੇ? ਪਤਾ ਨਹੀਂ ਵੀਰੇ, ਕੁਛ ਕਹਿ ਨਹੀਂ ਸਕਦੇ। ਮਤਲਬ ਜਦੋਂ ਨੈਸ਼ਨਲ ਲੈਵਲ ਜਾਂਦੇ ਹੁੰਦੇ ਸੀਗੇ ਕਈ ਵਾਰੀ ਸੀਟਾਂ ਰਿਜ਼ਰਵ ਨਹੀਂ ਵੇਟਿੰਗ 'ਚ ਹੁੰਦੀਆਂ ਸੀ ਤਾਂ ਅਸੀਂ ਮਤਲਬ ਐਡਜਸਟਮੈਂਟ ਕਰਕੇ ਬੈਗਾਂ ਤੇ ਬੈਠ ਕੇ ਵੀ ਨੀਚੇ ਗਏ ਹੋਏ ਆ। ਇਹ ਸਪੋਰਟਸ ਨੀਤੀ ਦੀ ਮਤਲਬ ਭਾਰਤ ਦੀ ਸਪੋਰਟਸ ਨੀਤੀ। ਹਾਂਜੀ ਵੀਰੇ, ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਸਪੋਰਟ ਮਿਲਦਾ ਭਾਰਤ ਦਾ ਕਿ ਬੱਚਿਆਂ ਨੂੰ ਸੀਟਾਂ ਤੱਕ ਰਿਜ਼ਰਵ ਨਹੀਂ ਹੁੰਦੀਆਂ, ਉਹ ਵੀ ਆਮ ਟ੍ਰੇਨਾਂ 'ਚ। ਏਸੀ ਸੀਟਾਂ ਤਾਂ ਬਹੁਤ ਦੂਰ ਦੀ ਗੱਲ ਆ, ਫਰਕ ਪੈ ਜਾਂਦਾ ਵੀਰੇ ਇਸ ਨਾਲ। ਟ੍ਰੇਨ 'ਚ ਜਾਂਦੇ ਹੋ? ਹਾਂਜੀ ਵੀਰੇ। ਮਤਲਬ ਜੇ ਕਿਤੇ ਬਾਹਰਲੇ ਮੁਲਕ ਦੇ ਖਿਡਾਰੀ ਆਉਂਦੇ ਹੁਣ, ਜੇ ਕਿਤੇ ਓਲੰਪਿਕਸ ਦੇਖਿਆ ਹੋਵੇ, ਉਹ ਤਾਂ ਐਰੋਪਲੇਨ ਰਾਹੀਂ ਜਾਂਦੇ ਆਉਂਦੇ ਨੇ ਜਾਂ ਵੱਡੀਆਂ ਬੱਸਸ ਨੇ ਸਪੈਸ਼ਲ ਉਹਨਾਂ ਦੀਆਂ। ਹਾਂਜੀ ਵੀਰੇ। ਤੁਹਾਡੇ ਲਈ ਟ੍ਰੇਨ ਦੀਆਂ ਸੀਟਾਂ ਵੀ ਨਹੀਂ ਛੇਤੀ ਬੁੱਕ ਹੁੰਦੀਆਂ, ਫਰਕ ਪੈ ਜਾਂਦਾ ਵੀਰੇ ਇਸ ਚੀਜ਼ ਦਾ। ਅੱਛਾ, ਕਿਵੇਂ ਮੈਨੇਜ ਕਿਵੇਂ ਕਰਦੇ ਆ ਫਿਰ? ਹੁਣ ਜਿਵੇਂ ਝੋਨਾ ਲਾ ਰਹੇ ਆ, ਛੁੱਟਦੀ ਨਹੀਂ ਰਹੀ ਪ੍ਰੈਕਟਿਸ? ਪ੍ਰੈਕਟਿਸ ਤਾਂ ਛੱਡਦੀ ਵੀਰੇ, ਕੀ ਕਰ ਸਕਦੇ ਆ ਫਿਰ। ਪ੍ਰੈਕਟਿਸ ਕਰਨ ਲਈ ਡਾਈਟ ਵੀ ਚਾਹੀਦਾ ਤੇ ਡਾਈਟ ਖਾਣ ਲਈ ਪੈਸੇ ਚਾਹੀਦੇ ਆ ਤੇ ਉਹ ਕਮਾਉਣੇ ਹੀ ਪੈਣੇ ਆ। ਈਵਨ ਸਟੱਡੀ ਵੀ ਆ, ਨਾਲ ਨਾਲ ਐਗਜ਼ਾਮ ਵੀ ਆ ਰਹੇ ਆ, ਪੜ੍ਹਨਾ ਵੀ ਜ਼ਰੂਰੀ ਆ। ਐਡਜਸਟਮੈਂਟ ਕਰਨੀ ਪੈਂਦੀ ਬਈ, ਸਿੱਖ ਗਏ 5 ਸਾਲ ਹੋ ਗਏ। ਕੀ ਲੱਗਦਾ ਕਿਸੇ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ? ਆਉਂਦੀ ਹੁੰਦੀ ਵੀਰੇ, ਹੁਣ ਇੱਥੇ ਹੁੰਦੇ ਸੋਚਣਾ ਚਾਹੀਦਾ ਉਹਨਾਂ ਨੂੰ ਵੀ। ਸੰਗਰੂਰ ਜ਼ਿਮਨੀ ਚੋਣਾਂ ਹੋ ਰਹੀਆਂ, ਵੱਡੇ ਵੱਡੇ ਲੀਡਰ ਉੱਥੇ ਆਏ ਹੋਏ ਆ ਹੈਨਾ, ਤੇ ਆਪਣੇ ਜਿਹੜੇ ਮਨਜੀਤ ਬਲਾਸਪੁਰ ਜੀ MLA ਨੇ ਇਹ ਵੀ ਉੱਥੇ ਪ੍ਰਚਾਰ 'ਚ ਗਏ ਹੋਏ ਨੇ, ਤੇ ਤੁਹਾਡੇ ਕੋਲੇ ਗੇੜਾ ਮਾਰਨ ਦੇ ਇਹਨਾਂ ਕੋਲੇ ਵੇਲ ਨਹੀਂ ਸੀ ਕਿ ਕੋਈ ਹੋਰ ਕਾਰਨ ਲੱਗਦਾ? ਪਤਾ ਨਹੀਂ ਵੀਰੇ, ਉਹ ਕੁਛ ਕਹਿ ਨਹੀਂ ਸਕਦੇ ਕਿਉਂਕਿ ਇੰਨਾ ਕਿ ਆਪਣੇ ਕੋਲ ਤਾਂ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਕਿਸੇ ਬਾਰੇ ਪਤਾ ਕਰ ਲਈਏ ਕੌਣ ਕਿੱਥੇ ਜਾਂਦਾ ਕੌਣ ਨਹੀਂ। ਸਵੇਰੇ 6 ਵਜੇ ਆ ਜਾਈਦਾ, ਇੱਥੋਂ 8 ਵਜੇ ਜਾਈਦਾ, ਟਾਈਮ ਹੀ ਨਹੀਂ ਮਿਲਦਾ ਇੰਨਾ। ਬਾਕੀ ਉਹਨਾਂ ਕੋਲ ਸ਼ਾਇਦ ਆਪਣੇ ਲਈ ਟਾਈਮ ਨਹੀਂ ਸੀ, ਛੋਟੇ ਲੋਕ ਨਾ, ਤਾਂ ਕਰਕੇ ਹੋ ਸਕਦਾ। ਪਰ ਜੇ ਇੰਨਾ ਧਿਆਨ ਦਿੱਤਾ ਹੁੰਦਾ ਵੀਰੇ ਫਰਕ ਨਾ ਪੈ ਜਾਂਦਾ। ਅੱਜ ਨੂੰ ਬੱਚੇ ਕਿਤੇ ਨਾ ਕਿਤੇ ਪਹੁੰਚੇ, ਛੋਟੇ ਛੋਟੇ ਆ ਜਿਹੜੇ 5-5 6-6 ਸਾਲ ਦੇ ਬੱਚੇ ਜਿਨ੍ਹਾਂ ਨੂੰ ਹਜੇ ਇੰਨਾ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਲਾਈਫ 'ਚ ਅੱਗੇ ਕਰਨਾ ਕੀ ਆ, ਤੇ ਉਹ ਵਿਚਾਰੇ ਮਜ਼ਦੂਰੀ ਕਰਦੇ ਫਿਰਦੇ ਆ। ਸਾਡੇ ਨਾਲ ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜਾ, ਜਿੱਥੇ ਇਹ ਖਿਡਾਰਨਾਂ ਟ੍ਰੇਨਿੰਗ ਲੈਂਦੀਆਂ ਨੇ, ਜਿੱਥੇ ਇੱਥੇ ਕੁਸ਼ਤੀ ਕਰਦੀਆਂ ਨੇ, ਜਿੱਥੇ ਉਹ ਗੇਮ ਕਰਕੇ ਅੱਗੇ ਨੈਸ਼ਨਲ ਲੈਵਲ ਤੱਕ ਗਈਆਂ ਨੇ, ਉਹਦੇ ਪ੍ਰਧਾਨ ਨੇ ਤੇ ਉੱਘੇ ਸਮਾਜ ਸੇਵੀ ਨੇ। ਇਹਨਾਂ ਦੇ ਯਤਨਾਂ ਸਦਕਾ ਔਰ ਇਹਨਾਂ ਨੇ ਖੁਦ ਵੀ ਬਹੁਤ ਵਾਰ ਉਹਨਾਂ ਬੱਚੀਆਂ ਨੂੰ ਜਿਹੜੀਆਂ ਡਾਈਟ ਸਰਕਾਰ ਵੱਲੋਂ ਜਿਹੜੀ ਹੋਣੀ ਚਾਹੀਦੀ ਆ ਉਹ ਦੇਣ ਦੀ ਬਜਾਏ ਸਰਕਾਰ ਨਹੀਂ ਦੇ ਰਹੀ, ਇਹ ਦੇ ਰਹੇ ਨੇ। ਸਾਡੇ ਨਾਲ ਨੇ ਡਾਕਟਰ ਹਰਗੁਰਪ੍ਰਤਾਪ ਜੀ, ਦੀਪ ਹਸਪਤਾਲ 'ਚੋਂ। ਡਾਕਟਰ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਡਾਕਟਰ ਸਾਹਿਬ, ਕੀ ਲੱਗਦਾ ਜੀ ਜਿਹੜਾ 2022 ਦੇ ਵਿੱਚ 골ਡ ਦੇ ਵਿੱਚ ਹਰਿਆਣਾ ਅੱਗੇ ਰਿਹਾ, ਦਿੱਲੀ ਮਾਡਲ ਦੀ ਗੱਲ ਕਰ ਰਹੀ ਹੈ ਨਵੀਂ ਸਰਕਾਰ, ਉਹ ਉਦੋਂ ਵੀ ਪਿੱਛੇ ਰਿਹਾ, ਸਭ ਤੋਂ ਪਿੱਛਿਆਂ 'ਚੋਂ, ਤੇ ਪੰਜਾਬ ਉਸ ਤੋਂ ਵੀ ਪਿੱਛੇ ਰਿਹਾ, ਕੀ ਕਾਰਨ ਲੱਗਦੀ ਹੈ? ਦੇਖੋ, ਜਿਹੜੀ ਪੰਜਾਬ ਦੀ ਸਰਕਾਰ ਹੈ, ਮੌਜੂਦਾ ਕਹਿ ਦਿਓ
ਆਮ ਆਦਮੀ ਪਾਰਟੀ ਦੀ ਆਪਦੇ ਆਪ ਨੂੰ ਬਹੁਤ ਲੋਕ ਪੱਖੀ ਸਰਕਾਰ ਕਹਾਉਂਦੀ ਹੈ। ਇਸ ਤੋਂ ਪਹਿਲੇ ਜਿਹੜੇ ਕਾਂਗਰਸ ਅਕਾਲੀ ਸੀ ਉਹਨਾਂ ਦਾ ਤਾਂ ਕਹਿਣਾ ਹੀ ਕੀ ਸੀ। ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ, ਪਰੰਤੂ ਇਹ ਬੜੀ ਹੀ ਅਲੋਕਾਰੀ ਗੱਲ ਹੈ। ਪੰਜਾਬ ਖੇਡਾਂ ਦੇ ਮਾਮਲੇ ਦੇ ਵਿੱਚ ਜ਼ੀਰੋ ਹੈ, ਹਰਿਆਣਾ ਖੇਡਾਂ ਦੇ ਮਾਮਲੇ 'ਚ ਹੀਰੋ ਹੈ। ਪੰਜਾਬ ਦੇ ਸਿਰਫ 42 ਮੈਡਲ ਆਏ ਨੇ ਖੇਲੋ ਇੰਡੀਆ ਯੂਥ ਗੇਮਸ ਦੇ ਵਿੱਚ, ਹਰਿਆਣਾ ਦੇ 137 ਦੇ ਕਰੀਬ ਮੈਡਲ ਆਏ ਨੇ। ਪੰਜਾਬ ਦੇ ਸਿਰਫ 16 골ਡ ਮੈਡਲ ਆਏ ਨੇ ਅਤੇ ਹਰਿਆਣੇ ਦੇ 56 골ਡ ਮੈਡਲ ਆਏ ਨੇ। ਦਿੱਲੀ ਵੀ ਹਰਿਆਣੇ ਦੇ ਮੁਕਾਬਲੇ ਖੇਡਾਂ ਦੇ ਮੁਕਾਬਲੇ 'ਚ ਕਿਤੇ ਵੀ ਨਹੀਂ ਖੜਦਾ ਹੈ। ਪੰਜਾਬ ਸਰਕਾਰ, ਪੰਜਾਬ ਦਾ ਮੌਜੂਦਾ ਖੇਡ ਤੰਤਰ, ਪੰਜਾਬ ਦੇ ਜਿਹੜੇ ਮੌਜੂਦਾ ਖੇਡ ਮੰਤਰੀ ਨੇ ਬਿਲਕੁਲ ਵੀ ਇਸ ਮਾਮਲੇ ਦੇ 'ਚ ਖੇਡਾਂ ਦੇ ਮਾਮਲੇ 'ਚ ਹਾਲੇ ਤੱਕ ਨਖਿੱਧ ਸਾਬਤ ਹੋਏ ਨੇ। ਅਤੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ, ਬੱਚੀਆਂ ਖੇਡ ਛੱਡ ਕੇ, ਆਪਦਾ ਮੈਦਾਨ ਛੱਡ ਕੇ, ਕੁਸ਼ਤੀ ਅਖਾੜਾ ਛੱਡ ਕੇ ਆਪਦੀ ਰੋਜੀ ਰੋਟੀ ਦੇ ਲਈ ਝੋਨਾ ਲਗਾ ਰਹੀਆਂ ਨੇ, ਲੇਬਰ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਤਪਦੇ ਧੁੱਪਾਂ ਦੇ ਵਿੱਚ, ਪਾਣੀਆਂ ਦੇ ਵਿੱਚ ਉਹ ਆਪਦੇ ਮਾਤਾ ਪਿਤਾ ਦੇ ਨਾਲ ਲੱਗ ਕੇ ਕਰ ਰਹੀਆਂ। ਉਹ ਇਸ ਕਰਕੇ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਦਿਖਾਈ ਦੇ ਰਿਹਾ ਕਿ ਅੱਗੇ ਵੀ ਫਿਊਚਰ ਉਹਨਾਂ ਦਾ ਧੁੰਦਲਾ ਹੀ ਆ। ਉਹਨਾਂ ਨੂੰ ਇਸ ਸਰਕਾਰ ਤੋਂ ਵੀ ਕੋਈ ਬਹੁਤੀ ਆਸ ਨਹੀਂ ਲੱਗਦੀ ਹੈ। ਕੀ ਲੱਗਦਾ ਜੀ, ਕੋਈ ਸਰਕਾਰ ਦੀ ਜਿਹੜੀ ਖੇਡ ਨੀਤੀ ਆ ਜਾਂ ਸਪੋਰਟਸ ਪਾਲਿਸੀ ਜਿਹੜੀ ਬਣਨੀ ਚਾਹੀਦੀ ਹੈ, ਕਿਉਂ ਨਹੀਂ ਬਣਾ ਰਹੀਆਂ, ਚਾਹੇ ਪੁਰਾਣੀਆਂ ਹੋਣ ਚਾਹੇ ਨਵੀਂ ਹੋਵੇ? ਮੌਜੂਦਾ ਪੰਜਾਬ ਸਰਕਾਰ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਆਪਣੀ ਪਾਲਿਸੀ ਨੂੰ ਤੁਰੰਤ ਹੀ ਇੰਪਲੀਮੈਂਟ ਕਰਨਾ ਚਾਹੀਦਾ। ਤੁਰੰਤ ਹੀ ਜੋ ਬੱਚਿਆਂ ਨੂੰ ਵਜ਼ੀਫੇ ਭੇਜਣੇ ਨੇ, ਜੋ ਬੱਚਿਆਂ ਨੂੰ ਖੁਰਾਕ ਭੇਜਣੀ ਹੈ, ਜੋ ਬੱਚਿਆਂ ਨੂੰ ਫੰਡ ਭੇਜਣੇ ਨੇ, ਜਾਂ ਖੇਡ ਅਕੈਡਮੀਆਂ ਨੂੰ ਜੋ ਫੰਡ ਭੇਜਣੇ ਨੇ ਉਹ ਭੇਜਣੇ ਚਾਹੀਦੇ ਨੇ। ਤੁਸੀਂ ਦੇਖੋ ਹਰ ਰੋਜ਼ ਸ਼੍ਰੀ ਭਗਵੰਤ ਮਾਨ ਜੀ ਨੇ ਉਹ ਕਦੇ 55 ਲੱਖ ਰੁਪਈਆ ਹੈਲੀਕਾਪਟਰ 'ਤੇ ਖਰਚਦੇ ਨੇ, ਕਦੇ 24 ਲੱਖ ਰੁਪਈਆ, 24 ਕਰੋੜ ਰੁਪਈਆ ਕਿਸੇ ਐਡਵਰਟਾਈਜ਼ਮੈਂਟ 'ਤੇ ਖਰਚਦੇ। ਤੁਸੀਂ 15 ਦਿਨ ਆਪਦੀ ਐਡਵਰਟਾਈਜ਼ਮੈਂਟ ਬੰਦ ਕਰ ਦਿਓ। ਤੁਸੀਂ ਉਹ ਜਿਹੜਾ 15-20 ਕਰੋੜ ਰੁਪਈਆ ਉਹ ਖੇਡ ਮੰਤਰਾਲੇ ਨੂੰ ਭੇਜੋ। ਖੇਡ ਮੰਤਰਾਲਾ ਅੱਗੇ ਖੇਡ ਵਿਭਾਗਾਂ ਨੂੰ ਭੇਜੇ, ਅੱਗੇ ਖੇਡ ਵਿੰਗਾਂ ਨੂੰ ਜਾਵੇ, ਬੱਚਿਆਂ ਨੂੰ ਜਾਵੇ, ਖਿਡਾਰੀਆਂ ਨੂੰ ਜਾਵੇ। ਉਹਨਾਂ ਦੇ ਖਾਤਿਆਂ ਦੇ ਵਿੱਚ ਵਜ਼ੀਫੇ ਜਿਹੜੇ ਰਹਿੰਦੇ ਨੇ ਉਹ ਪਾਓ ਤਾਂ ਕਿ ਬੱਚੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ। ਪਰ ਉਧਰਲੇ ਪਾਸੇ ਦੀ ਥਾਂ ਉਧਰਲੇ ਪਾਸਿਓਂ ਇਹ ਸਰਕਾਰ ਹਜੇ ਤੱਕ ਬਿਲਕੁਲ ਨਖਿੱਧ ਹੈ ਅਤੇ ਤਾਂ ਹੀ ਤੋਂ ਅਸੀਂ ਇਹ ਮੰਜ਼ਰ ਦੇਖ ਰਹੇ ਹੋ ਜਿਹੜਾ ਤੁਸੀਂ ਅੱਜ ਦੇਖ ਕੇ ਹਟੇ ਹੋ। ਕੀ ਲੱਗਦਾ ਜੀ, ਮਤਲਬ ਇਹ ਅੱਗੇ ਕੀ ਹੋਣਾ ਚਾਹੀਦਾ? ਜਿਹੜੀ ਸਪੋਰਟਸ ਪਾਲਿਸੀ ਕਿੱਦਾਂ ਦੀ ਹੋਣੀ ਚਾਹੀਦੀ? ਵੀ ਹਰਿਆਣਾ ਬਹੁਤ ਜ਼ਿਆਦਾ ਅੱਗੇ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਵੀ ਉਸ ਤਾਂ ਬੀਜੇਪੀ ਦੀ ਸਰਕਾਰ, ਆਮ ਆਦਮੀ ਪਾਰਟੀ ਆਲੋਚਨਾ ਵੀ ਕਰਦੀ ਹੈ, ਅਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਸਿਰਫ 15 골ਡ ਮੈਡਲ ਨੇ ਅਤੇ ਹਰਿਆਣੇ ਦੇ 52 ਨੇ। ਇਹਦਾ ਕੀ ਹੈ ਜੀ? ਦੇਖੋ, ਮੈਂ ਤਾਂ ਸਿੱਧਮ ਸਿੱਧਾ ਇਸ ਮਾਮਲੇ 'ਚ ਸਪਸ਼ਟ ਹਾਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਖੇਡਾਂ ਦੇ ਮਾਮਲੇ 'ਚ ਭਾਜਪਾ ਦੇ ਹਰਿਆਣੇ ਦਾ ਮਾਡਲ ਅਸੈਪਟ ਕਰ ਲੈਣਾ ਚਾਹੀਦਾ। ਉਹਨਾਂ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਪੈਰੀਂ ਹੱਥ ਲਾ ਕੇ ਵੀ ਬਾਈ ਜੀ ਤੁਸੀਂ ਕਿਵੇਂ ਆਪਣੇ 52 골ਡ ਮੈਡਲ ਲੈ ਆਉਂਦੇ ਅਤੇ ਪੰਜਾਬ ਦੇ ਕਿਵੇਂ 16 ਰਹਿ ਜਾਂਦੇ ਆ, ਹਰਿਆਣੇ ਦਿੱਲੀ ਦੇ ਕਿਵੇਂ 11 ਰਹਿ ਜਾਂਦੇ ਆ। ਆਪਦੀ ਹਾਰ ਸਵੀਕਾਰ ਕਰ ਲੈਣੀ ਚਾਹੀਦੀ ਹੈ ਵੀ ਉੱਥੋਂ ਦਾ ਖੇਡ ਮੰਤਰਾਲਾ ਉੱਤਮ ਹੈ। ਇਹ ਆਪਦੇ ਮਨ ਦੇ ਵਿੱਚ ਇਸ ਗੱਲ ਨੂੰ ਵਸਾ ਲੈਣਾ ਚਾਹੀਦਾ ਅਤੇ ਜਿਵੇਂ ਜਿਵੇਂ ਉਹ ਕਰਦੇ ਨੇ, ਜਿਵੇਂ ਜਿਵੇਂ ਉਹ ਕੋਚ ਭੇਜਦੇ ਨੇ, ਜਿਵੇਂ ਜਿਵੇਂ ਬਲਾਕ ਪੱਧਰ 'ਤੇ ਉਹਨਾਂ ਨੇ ਖਿਡਾਰੀਆਂ ਨੂੰ ਫੰਡ ਦਿੱਤੇ ਨੇ, ਜਿਵੇਂ ਜਿਵੇਂ ਉਹ ਖੇਡ ਪਾਲਿਸੀ ਨੂੰ ਲਾਗੂ ਕਰਦੇ ਨੇ, ਬਿਲਕੁਲ ਡਿੱਟੋ ਖੇਡ ਪਾਲਿਸੀ ਉਸ ਤਰ੍ਹਾਂ ਦੀ ਇਹਨਾਂ ਨੂੰ ਲਾਗੂ ਕਰ ਲੈਣੀ ਚਾਹੀਦੀ ਹੈ। ਮੈਂ ਤਾਂ ਇਹੀ ਕਹੂੰਗਾ ਜੀ। ਅਸੀਂ ਜੀ ਧੂੜਕੋਟ ਰਣਸੀਂਹ ਅਤੇ ਧੂੜਕੋਟ ਕਲਾਂ ਦੀਆਂ ਮਤਲਬ ਲੜਕੀਆਂ ਸੀਗੀਆਂ ਜਿਨ੍ਹਾਂ ਨੂੰ ਦੇਖਿਆ ਵੀ ਝੋਨਾ ਲਾ ਰਹੇ ਆ। ਕਿਸੇ ਹੋਰ ਪਿੰਡ ਦਾ ਜਾਂ ਹੋਰ ਇਲਾਕਿਆਂ ਦੀ ਵੀ ਇਹੀ ਹਾਲਤ ਲੱਗਦੀ ਹੈ? ਦੇਖੋ, ਬਾਕੀ ਇਲਾਕਿਆਂ ਦੇ ਵਿੱਚੋਂ ਵੀ ਅਗਰ ਸੁਹਿਰਦ ਪੱਤਰਕਾਰ ਹੋਣਗੇ ਤਾਂ ਪੂਰੇ ਪੰਜਾਬ ਵਿੱਚ ਹੀ ਤੁਹਾਨੂੰ ਘੱਟੋ ਘੱਟ 1000-1500 ਇਹੋ ਜਿਹਾ ਖਿਡਾਰੀ ਮਿਲ ਜੂਗਾ ਜਿਹੜਾ ਝੋਨਾ ਲਾ ਰਿਹਾ ਅਤੇ ਨੈਸ਼ਨਲ ਲੈਵਲ ਦਾ ਖਿਡਾਰੀ ਸੀ। ਸਾਡੇ ਇਲਾਕੇ ਦੇ ਵਿੱਚ ਧੂਰਕੋਟ, ਰਣਸੀਂਹ ਕਲਾਂ, ਨੰਗਲ ਅਤੇ ਨਿਹਾਲ ਸਿੰਘ ਵਾਲਾ 4 ਜਿਹੜੇ ਪਿੰਡ ਨੇ ਜਾਂ ਕਸਬੇ ਨੇ, ਉੱਥੋਂ ਦੇ ਬੱਚੇ ਅਸੀਂ ਤੁਹਾਨੂੰ ਮਿਲਾ ਸਕਦੇ ਹਾਂ ਜਿਹੜੇ ਨੈਸ਼ਨਲ ਲੈਵਲ ਤੱਕ ਪਹੁੰਚੇ ਹੋਏ ਨੇ, ਪੰਜਾਬ ਚੈਂਪੀਅਨ ਨੇ ਅਤੇ ਉਹ ਅੱਜ ਆਰਥਿਕ ਮਜਬੂਰੀ ਕਰਕੇ ਝੋਨਾ ਲਗਾ ਰਹੇ ਨੇ। ਤਾਂ ਡਾਕਟਰ ਸਾਹਿਬ ਦਾ ਕਹਿਣਾ ਕਿ ਹਰਿਆਣਾ ਦੀ ਸਰਕਾਰ ਜਿਵੇਂ ਦੀ ਮਰਜ਼ੀ ਆ, ਪਰ ਭਗਵੰਤ ਮਾਨ ਸਾਹਿਬ ਦੀ ਜਾਂ ਕੇਜਰੀਵਾਲ ਸਾਹਿਬ ਦੀ ਉਹਨਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ, ਚਾਹੇ ਜਿੱਥੇ ਵੀ ਮਰਜ਼ੀ ਸਰਕਾਰਾਂ ਹੋਣ ਇਹਨਾਂ ਦੀਆਂ, ਉਹਨਾਂ ਨੂੰ ਉਹ ਖੇਡਾਂ ਦੀ ਜਿਹੜੀ ਨੀਤੀ ਆ ਹਰਿਆਣੇ ਦੀ ਉਹਨੂੰ ਸਵੀਕਾਰਨਾ ਚਾਹੀਦਾ। ਇਸੇ ਕਰਕੇ ਹੀ ਉਹ ਬ੍ਰੌਂਜ਼ ਮੈਡਲ ਲਿਆਉਣ ਵਾਲੇ ਨੂੰ ਲੱਖ ਰੁਪਈਆ ਤੱਕ ਦਿੰਦੇ ਨੇ, ਸਿਲਵਰ ਵਾਲੇ ਨੂੰ 2 ਲੱਖ ਅਤੇ ਗੋਲਡ ਵਾਲੇ ਨੂੰ 5 ਲੱਖ ਤੱਕ ਦਿੰਦੇ ਨੇ। ਸਾਡੇ ਇੱਥੇ ਜਿਹੜੀਆਂ ਖਿਡਾਰਨਾਂ ਨੇ ਉਹਨਾਂ ਨੂੰ ਲੱਖ ਰੁਪਈਆ ਤੱਕ ਹੀ। ਇੱਕ ਵਾਰੀ ਇੱਕ ਲੜਕੀ ਦੱਸ ਰਹੀ ਆ
ਕਿ ਉਹਨੂੰ 5000 ਰੁਪਈਆ ਆਇਆ, ਕਿੱਥੇ 1 ਲੱਖ ਰੁਪਈਆ ਤੇ ਕਿੱਥੇ ਬ੍ਰੌਂਜ਼ ਦੇ ਲਈ 5000, ਤੇ ਉਹ ਕਦੇ ਰਕਮ ਆਈ ਨਹੀਂ ਜਿਹੜੀ ਸਰਕਾਰ ਦਾਵਾ ਕਰਦੀ ਸੀ ਕਿ ਹਰ ਮਹੀਨੇ 5000 ਉਹਨਾਂ ਦੀ ਡਾਈਟ ਦੇ ਲਈ ਪਾਵਾਂਗੇ।